ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਮਤ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਜੋਰੀ ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰ ਜਗਦੀਸ਼ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਧੂ ਸਿੰਘਾਣੇ ਪੁਰ ਤੇ ਡੇਰਾ। ਪ੍ਰਭ ਜੀ ਕੂਚ ਕਰਿਓ ਤਿਸ ਬੇਰਾ। ਹੈ ਅਰੂੜ ਕਰ ਪੰਥ ਪਿਆਨੇ। ਪੀਛੇ ਸਿੰਘ ਬਹੀਰ ਸਿਧਾਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿਲਕ ਤੇ ਜੰਝੂ ਦੇ ਰਾਖੇ ਜਗਤ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਦੇਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਨਤਮਸਤਕ ਹੋ ਰਹੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ 'ਚ ਜੁੜ ਕੇ ਪੰਥ ਦੇ ਵਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੁਹਾਵਾ ਸਾਹਿਬ ਆਪਣੇ ਪਾਵਨ ਚਰਨ ਪਾ ਕੇ ਇਸ ਧਰਤੀ ਨੂੰ ਭਾਗਾਂ ਭਰੀ ਬਣਾਇਆ ਹੈ।
ਇੱਥੇ ਕੁਝ ਸਮਾਂ ਨਿਵਾਸ ਕਰਕੇ ਗਰੀਬ ਨਵਾਜ਼ ਜੀ ਅਗਲਿਆਂ ਨਗਰਾਂ ਨੂੰ ਵਧੇ ਹਨ। ਭਾਦਰਾ ਆਦਿਕ ਨਗਰਾਂ ਤੋਂ ਹੁੰਦਿਆਂ ਮਹਾਰਾਜ ਜੀ ਮਧੂ ਸਿੰਘਾਣੇ ਪਹੁੰਚੇ ਨੇ। ਮਧੂ ਸਿੰਘਾਣੇ ਆ ਕੇ ਸਤਿਗੁਰਾਂ ਨੇ ਟਿਕਾਣਾ ਕੀਤਾ ਹੈ। ਆਓ ਕਲਗੀਧਰ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਕਥਾ ਸਰਵਣ ਕਰੀਏ। ਦਸਮੇਸ਼ ਪਿਤਾ ਸਰਬੰਸ ਦਾਨੀ, ਪੁੱਤਰਾਂ ਦੇ ਦਾਨੀ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਪਾਵਨ ਪਵਿੱਤਰ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਧੂ ਸਿੰਘਾਣੇ ਪੁਰ ਤੇ ਡੇਰਾ। ਮਧੂ ਸਿੰਘਾਣੇ ਆ ਕੇ ਸਤਿਗੁਰੂ ਕਲਗੀਧਰ ਜੀ ਨੇ ਡੇਰਾ ਕੀਤਾ ਹੈ। ਇੱਥੇ ਇੱਕ ਰਾਤ ਬਤੀਤ ਕਰਕੇ ਗੁਰਦੇਵ ਜੀ ਅਗਲੇ ਦਿਨ ਇੱਥੋਂ ਚਾਲਾ ਮਾਰਿਆ। ਪ੍ਰਭ ਜੀ ਕੂਚ ਕਰਿਓ ਤਿਸ ਬੇਰਾ। ਮਧੂ ਸਿੰਘਾਣੇ ਤੋਂ ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਕੂਚ ਕੀਤਾ ਹੈ। ਅਰੂੜ ਕਰ ਪੰਥ ਪਿਆਨੇ। ਗੁਰਦੇਵ ਜੀ ਆਪਣੇ ਸੁੰਦਰ ਘੋੜੇ ਤੇ, ਚੰਚਲ ਘੋੜੇ ਤੇ ਸਵਾਰ ਹੋ ਕੇ ਘੋੜੇ ਨੂੰ ਪੋਈਏ ਪਾ ਕੇ ਪਾਤਸ਼ਾਹ ਜੀ ਲੈ ਕੇ ਜਾ ਰਹੇ ਨੇ। ਪਿੱਛੇ ਸਿੰਘ ਬਹੀ ਰਸਦਾਨੇ। ਸਤਿਗੁਰਾਂ ਦੇ ਪਿੱਛੇ ਪਿੱਛੇ ਮਹਾਰਾਜ ਜੀ ਦਾ ਸਾਰਾ ਵਹੀਰ, ਸਤਿਗੁਰੂ ਜੀ ਦੇ ਪਿਆਰ ਵਾਲੇ ਜਿਤਨੇ ਸਿੰਘ ਨੇ, ਸੂਰਮੇ ਹਨ, ਉਹ ਨਾਲ ਨਾਲ ਜਾ ਰਹੇ ਹਨ। ਕੋਸ ਅਸ਼ਟ ਦਸ਼ ਦਿਸ ਦਿਨ ਗਏ। ਤਕਰੀਬਨ 18 ਕੋਹ ਦਾ ਪੈਂਡਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੈਅ ਕੀਤਾ। ਪੁਸ਼ਕਰ ਤੀਰਥ ਆਵਤ ਭਏ। ਮਹਾਰਾਜ ਜੀ ਚੱਲ ਕੇ ਪੁਸ਼ਕਰ ਨਗਰ ਹੈ, ਪੁਸ਼ਕਰ ਤੀਰਥ ਹੈ ਬੜਾ ਵੱਡਾ ਹਿੰਦੂ ਵੀਰਾਂ ਦਾ। ਇੱਥੇ ਸਤਿਗੁਰੂ ਕਲਗੀਧਰ ਜੀ ਪਹੁੰਚੇ ਹਨ। ਪੁਸ਼ਕਰ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਚਰਨ ਪਾਏ ਨੇ। ਫਿਰ ਮਹਾਰਾਜ ਕਲਗੀਧਰ ਜੀ ਵੀ ਇੱਥੇ ਆਣ ਕੇ ਉਤਰੇ ਹਨ। ਪੁਸ਼ਕਰ ਪੂਰੇ ਵਿਸ਼ਵ ਭਰ ਵਿੱਚ ਇੱਕ ਐਸਾ ਸਥਾਨ ਹੈ ਜਿੱਥੇ ਬ੍ਰਹਮਾ ਜੀ ਦਾ ਮੰਦਿਰ ਹੈ। ਪੂਰੇ ਸੰਸਾਰ ਭਰ ਵਿੱਚ ਬ੍ਰਹਮਾ ਜੀ ਦਾ ਕਿਤੇ ਵੀ ਮੰਦਿਰ ਨਹੀਂ ਹੈ। ਕੇਵਲ ਇੱਕੋ ਇੱਕ ਮੰਦਿਰ ਇਸ ਧਰਤੀ ਤੇ ਮੌਜੂਦ ਹੈ, ਪੁਸ਼ਕਰ ਵਿਖੇ। ਹੋਰ ਕਿਸੇ ਸਥਾਨ ਤੇ ਉਹਨਾਂ ਦਾ ਬ੍ਰਹਮਾ ਜੀ ਦਾ ਮੰਦਿਰ ਨਹੀਂ ਮਿਲਦਾ। ਬਾਕੀ ਹੋਰ ਸਾਰੇ ਦੇਵੀ ਦੇਵਤਿਆਂ ਦੇ ਮੰਦਿਰ ਤਾਂ ਅਨੇਕਾਂ ਥਾਵਾਂ ਤੇ ਹਨ, ਪਰ ਬ੍ਰਹਮਾ ਜੀ ਦਾ ਇੱਕੋ ਇੱਕ ਮੰਦਿਰ ਪੁਸ਼ਕਰ ਵਿੱਚ ਹੈ। ਬੜਾ ਵੱਡਾ ਸਰੋਵਰ ਹੈ, ਤਾਲ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੁਸ਼ਕਰ ਨਗਰ ਵਿੱਚ ਆ ਕੇ ਬਾਰ-ਬਾਰ ਨਗਰ ਤੋਂ ਉਤਾਰਾ ਕੀਤਾ। ਬੜਾ ਸੁੰਦਰ ਮਹਾਰਾਜ ਜੀ ਦਾ ਦਰਬਾਰ ਉੱਥੇ ਬਣਿਆ ਹੋਇਆ, ਸੰਗਤਾਂ ਦਰਸ਼ਨ ਕਰਦੀਆਂ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੁਸ਼ਕਰ ਨਗਰ ਵਿੱਚ ਆ ਕੇ ਉਤਾਰਾ ਕੀਤਾ ਹੈ। ਉਤਰ ਪਰੇ ਤੈ ਸਿਵਰ ਲਗਾਇਓ। ਇੱਥੇ ਸਤਿਗੁਰੂ ਜੀ ਨੇ ਉਤਾਰਾ ਕਰਕੇ ਆਪਣਾ ਡੇਰਾ ਕੀਤਾ ਹੈ। ਸਕਲ ਬਹੀਰ ਸ਼ਰਮਤ ਹੋਇ ਆਇਓ। ਇਹਨੇ ਨੂੰ ਪਿੱਛੇ ਪਿੱਛੇ ਸਤਿਗੁਰਾਂ ਦਾ ਸਾਰਾ ਵਹੀਰ, ਕਿਉਂਕਿ ਪੈਂਡਾ ਪਿੱਛੋਂ ਲੰਮਾ ਤੈਅ ਕਰਕੇ ਆਏ ਨੇ, 18 ਕੋਹ ਦਾ ਪੈਂਡਾ। ਤੋਂ ਥੱਕੇ ਟੁੱਟੇ ਜਿੰਨੇ ਵੀ ਸਿੰਘ ਸਨ, ਵਹੀਰ ਸੀ, ਉਹ ਵੀ ਮਹਾਰਾਜ ਜੀ ਦੇ ਪਿੱਛੇ ਪਿੱਛੇ ਪੁਸ਼ਕਰ ਸਤਿਗੁਰਾਂ ਦੇ ਕੋਲ ਆ ਪਹੁੰਚਿਆ। ਕਹਿਓ ਪ੍ਰਭੂ ਇਤ ਕਰੋ ਮੁਕਾਮੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਭਾਈ ਹੁਣ ਇੱਥੇ ਕੁਝ ਸਮੇਂ ਲਈ ਆਪਾਂ ਡੇਰਾ ਰੱਖਣਾ ਹੈ, ਇੱਥੇ ਕੁਝ ਸਮੇਂ ਲਈ ਮੁਕਾਮ ਕਰੋ। ਸ਼ਰਮ ਨਿਰਵਾਰ ਲਿਹੋ ਬਿਸਰਾਮੋ। ਔਰ ਜਿਹੜਾ ਰਾਹ ਪੈਂਡੇ ਦਾ ਥਕੇਵਾ ਹੈ, ਪਿੱਛੋਂ ਲੰਮਾ ਮਜਲ ਕਰਦੇ ਆ, ਪਿੱਛੋਂ ਚੱਲ ਸੋ ਚਾਲੀ ਆ ਰਹੇ ਨੇ। ਮਹਾਰਾਜ ਜੀ ਕਹਿੰਦੇ ਇੱਥੇ ਤੁਸੀਂ 2-4 ਦਿਨ ਆਰਾਮ ਕਰੋ ਔਰ ਆਪਣਾ ਥਕੇਵਾ ਦੂਰ ਕਰ ਲਵੋ। ਬਸੇ ਨਿਸਾ ਮਹਿ ਖਾਨ ਰੂਪਾਨ। ਸ਼ਾਮ ਦੇ ਸਮੇਂ ਸਤਿਗੁਰੂ ਜੀ ਇੱਥੇ ਉਤਰੇ ਸਨ। ਲਾਂਗਰੀ ਸਿੱਖ ਨੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਭੋਜਨ ਛਕਿਆ। ਨਾਲ ਦੇ ਸਾਰੇ ਸਿੰਘਾਂ ਨੇ, ਯੋਧਿਆਂ ਨੇ ਵੀ ਪ੍ਰਸ਼ਾਦਾ ਪਾਣੀ ਛਕਿਆ। ਪਏ ਪ੍ਰਭਾਤ ਕਰ ਸੋਚ ਇਸ਼ਨਾਨ। ਔਰ ਰਾਤ ਆਪਣਿਆਂ ਸੁਖਾਸਣਾ ਤੇ ਸਾਹਿਬ ਨੇ ਬਿਰਾਜਮਾਨ ਕੀਤੀ। ਰਾਤ ਬਤੀਤ ਕੀਤੀ ਸੁਖਾਸਣਾ ਤੇ ਬਿਰਾਜ ਕੇ।
ਅਗਲੇ ਦਿਨ ਸੁਬਹ ਅੰਮ੍ਰਿਤ ਵੇਲੇ ਉੱਠ ਕੇ ਗੁਰਦੇਵ ਨੇ ਸੋਚ ਇਸ਼ਨਾਨ ਕੀਤਾ ਹੈ। ਚੇਤਨ ਵਿਪਰ ਮਿਲਿਓ ਤਬ ਆਈ। ਪੁਸ਼ਕਰ ਨਗਰ ਦੇ ਇੱਕ ਪੰਡਤ ਜੀ ਸਨ, ਉਹਨਾਂ ਦਾ ਨਾਂ ਸੀ ਚੇਤਨ ਪੰਡਤ। ਬੜੇ ਪ੍ਰਸਿੱਧ ਪੰਡਤ ਸੀ ਇੱਥੋਂ ਦੇ ਰਹਿਣ ਵਾਲੇ। ਪੰਡਤ ਚੇਤਨ ਜੀ ਨੂੰ ਜਦੋਂ ਪਤਾ ਲੱਗਾ ਕਿ ਮਹਾਰਾਜ ਗੁਰੂ ਕਲਗੀਧਰ ਜੀ ਆਏ ਹਨ, ਪੁਸ਼ਕਰ ਨਗਰ ਦੇ ਵਿੱਚ ਸਤਿਗੁਰਾਂ ਨੇ ਉਤਾਰਾ ਕੀਤਾ ਹੈ। ਆਸ਼ੀਰਵਾਦ ਕਹਿਓ ਗੁਰ ਤਾਈ। ਤੋ ਚੇਤਨ ਪੰਡਤ ਜੀ ਆ ਕੇ ਸਤਿਗੁਰੂ ਜੀ ਨੂੰ ਮਿਲੇ ਹਨ। ਮਹਾਰਾਜ ਗੁਰੂ ਕਲਗੀਧਰ ਜੀ ਦੇ ਦਰਸ਼ਨ ਕੀਤੇ ਨੇ। ਮੁੱਖੋਂ ਅਸੀਸਾਂ ਦਿੰਦੇ ਨੇ, ਮਹਾਰਾਜ ਜੁਗਾਂ ਤਾਈਂ ਜੀਵੋ। ਅਧਿਕ ਦਾਨ ਦੀਨੋ ਤਿਸ ਪਾਨ। ਮਹਾਰਾਜ ਜੀ ਦੇ ਪਾਲਸੋਂ, ਕਿਉਂਕਿ ਪੰਡਤ ਹੈ, ਇਹਨਾਂ ਨੇ ਤਾਂ ਦਾਨ ਹੀ ਲੈਣ ਆਉਣਾ ਸੀ। ਸਤਿਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਦਾਨ ਬਖਸ਼ੋ, ਅਸੀਂ ਤੁਹਾਡੇ ਸੇਵਕ ਹਾਂ, ਲੋੜਵੰਦ ਹਾਂ। ਮਹਾਰਾਜ ਜੀ ਨੇ ਇਹਨਾਂ ਨੂੰ ਦਾਨ ਕੀਤਾ ਹੈ। ਪਟ ਸੂਖਮ ਦੀਨਾਰ ਕੇ ਕਾਨ। ਕੁਝ ਬਸਤਰ ਸਨ ਮਹਾਰਾਜ ਜੀ ਕੋਲ ਸੂਖਮ ਧਾਗੇ ਦੇ ਬਣੇ ਹੋਏ, ਔਰ ਕੁਝ ਕੁ ਸੋਨੇ ਦੀਆਂ ਸ਼ਰਫੀਆਂ ਸਨ, ਉਹ ਦਿੱਤੀਆਂ। ਸ਼੍ਰੀ ਬਾਬਾ ਨਾਨਕ ਜਹਾਂ ਥਿਰੇ। ਜਿਸ ਜਗ੍ਹਾ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਟਿਕਾਣਾ ਕੀਤਾ ਸੀ ਪੁਸ਼ਕਰ ਨਗਰ ਵਿੱਚ, ਤਿਸੀ ਕਾਟ ਗੁਰ ਮੱਜਨ ਕਰੇ। ਉਸੇ ਜਗ੍ਹਾ ਤੇ ਸਤਿਗੁਰੂ ਜੀ ਨੇ ਮੱਜਨ ਕੀਤਾ, ਇਸ਼ਨਾਨ ਕੀਤਾ। ਚੇਤਨ ਪੰਡਤ ਨੂੰ ਪਤਾ ਸੀ ਉਹ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਸੀ, ਉਹਦੇ ਪੁਰਖੇ ਮਹਾਰਾਜ ਜੀ ਨੂੰ ਮਿਲੇ ਸਨ ਗੁਰੂ ਨਾਨਕ ਸਾਹਿਬ ਨੂੰ। ਤੋ ਇਸ ਕਰਕੇ ਜਦੋਂ ਸਤਿਗੁਰੂ ਜੀ ਆਏ ਤੇ ਚੇਤਨ ਪੰਡਤ ਨੇ ਦੱਸਿਆ, ਮਹਾਰਾਜ ਆ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ ਉਤਰੇ ਸਨ। ਉਸੇ ਘਾਟ ਤੇ ਜਾ ਕੇ ਕਲਗੀਧਰ ਜੀ ਨੇ ਇਸ਼ਨਾਨ ਪਾਨ ਕੀਤਾ। ਤਹਾਂ ਬੈਠ ਕਰ ਸਿੰਘਨ ਸਾਥ। ਉੱਥੇ ਹੀ ਸਤਿਗੁਰੂ ਜੀ ਸਿੰਘਾਂ ਦੇ ਨਾਲ, ਮਹਾਰਾਜ ਜੀ ਦਾ ਖਾਲਸਾ ਜਿਹੜਾ ਸਾਰਾ ਆ ਪਹੁੰਚਿਆ। ਸਿੰਘਾਂ ਦੇ ਸਮੇਤ ਪੁਸ਼ਕਰ ਸਰੋਵਰ ਜਿਹੜਾ ਤਲਾਬ ਹੈ, ਉਹਦੇ ਕੰਢੇ ਤੇ ਮਹਾਰਾਜ ਜੀ ਕਲਗੀਧਰ ਜੀ ਬੈਠ ਗਏ। ਪੂਰਬ ਕੋ ਪ੍ਰਸੰਗ ਕਹਿਨਾਥ। ਇੱਥੇ ਜਿਹੜਾ ਪੂਰਬਲਾ ਪ੍ਰਸੰਗ ਸੀ ਇੱਥੋਂ ਦਾ, ਉਹ ਮਹਾਰਾਜ ਜੀ ਦੇ ਪਾਸ ਪੰਡਤ ਜੀ ਨੇ ਦੱਸਿਆ। ਗਮਨਤ ਕਰਤੇ ਸਹਿਜ ਸੁਪਾਏ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸੁੱਤੇ ਸਿੱਧ ਵਰਣਨ ਕਰ ਰਹੇ ਨੇ। ਸ਼੍ਰੀ ਬਾਬਾ ਜੀ ਬੈਠੇ ਆਏ। ਦੱਸਿਆ ਕਿ ਕਿਵੇਂ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਸਨ, ਇਸ ਜਗ੍ਹਾ ਤੇ ਆਣ ਕੇ ਬੈਠੇ ਸੀ। ਇੱਥੇ ਉਹਨਾਂ ਨੇ ਕਿਰਤਾਰਥ ਕੀਤਾ ਸੀ ਸਾਡੇ ਵਡਕਿਆਂ ਨੂੰ। ਗੋਰਖ ਲਿਗੇ ਸਿੱਧ ਸਮੁਦਾਈ। ਔਰ ਇੱਥੇ ਗੋਰਖਨਾਥ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੱਧ ਸਨ, ਉਹ ਆ ਕੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ ਸਨ। ਆਨ ਆਦੇਸ਼ ਆਦੇਸ਼ ਆਲਾਈ। ਜਦੋਂ ਗੁਰੂ ਨਾਨਕ ਸਾਹਿਬ ਇੱਥੇ ਆਏ ਸਨ ਤਾਂ ਗੋਰਖਨਾਥ ਆਪਣੀ ਸਿੱਧ ਮੰਡਲੀ ਸਮੇਤ ਮਹਾਰਾਜ ਜੀ ਨੂੰ ਇੱਥੇ ਆਣ ਕੇ ਮਿਲਿਆ। ਆਦੇਸ਼ ਆਦੇਸ਼ ਕਹਿ ਕੇ ਗੁਰਦੇਵ ਨੂੰ ਨਮਸਕਾਰ ਕੀਤੀ। ਚਰਚਾ ਕੁਸ਼ਕ ਜੋਗ ਕੀ ਕੀਨ। ਗੁਰੂ ਸਾਹਿਬ ਨੇ ਉਹਨਾਂ ਸਿੱਧਾਂ ਦੇ ਨਾਲ ਇੱਥੇ ਬੈਠ ਕੇ ਕੁਝ ਯੋਗ ਦੇ ਸੰਬੰਧ 'ਚ ਚਰਚਾ ਕੀਤੀ ਸੀ। 6 ਸ਼ਾਸਤਰਾਂ 'ਚੋਂ ਇੱਕ ਸ਼ਾਸਤਰ ਯੋਗ ਦਾ ਸ਼ਾਸਤਰ ਹੈ, ਕਿਉਂਕਿ ਇਹ ਯੋਗੀ ਸਨ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਸਿੱਧਾਂ ਨੇ ਯੋਗ ਦੀ ਚਰਚਾ ਕੀਤੀ। ਯੋਗ ਸੰਬੰਧੀ ਕੁਝ ਪ੍ਰਸ਼ਨੋਤਰੀ ਮਹਾਰਾਜ ਜੀ ਦੇ ਨਾਲ ਇਸੇ ਪੁਸ਼ਕਰ ਤੀਰਥ ਤੇ ਗੁਰੂ ਸਾਹਿਬ ਜੀ ਦੇ ਨਾਲ ਹੋਈ ਸੀ। ਯਥਾ ਜੋਗ ਤਬ ਉੱਤਰ ਦੀਨ। ਜੋ ਜੋ ਸਵਾਲ ਯੋਗੀਆਂ ਨੇ ਕੀਤੇ ਸਨ ਗੁਰੂ ਨਾਨਕ ਸਾਹਿਬ ਕੋਲ, ਮਹਾਰਾਜ ਜੀ ਨੇ ਉਹੀ ਜਵਾਬ ਉਹਨਾਂ ਨੂੰ ਦਿੱਤੇ ਸਨ। ਸੁਨ ਸਿੱਧ ਸਕਲਨ ਮੈਂ ਕਰ ਬੰਦ। ਔਰ ਸਾਰੇ ਸਿੱਧ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕੇ। ਮਹਾਰਾਜ ਜੀ ਦੇ ਚਰਨਾਂ ਤੇ ਸਾਰੀਆਂ ਸਿੱਧ ਮੰਡਲੀਆਂ ਨੇ ਮੱਥਾ ਟੇਕਿਆ। ਗੋਰਖ ਭਰਥਰ ਗੋਪੀ ਚੰਦ। ਮਹਾਰਾਜ ਜੀ ਗੋਰਖਨਾਥ, ਭਰਥਰੀ ਜੀ, ਇਸੇ ਤਰ੍ਹਾਂ ਗੋਪੀ ਚੰਦ, ਮੰਗਲਨਾਥ, ਇਹ ਜਿਹੜੇ ਸਿੱਧ ਸਨ ਮਹਾਰਾਜ ਜੀ ਨੂੰ ਇਸ ਜਗ੍ਹਾ ਤੇ ਆਣ ਕੇ ਮਿਲੇ ਸੀ। ਪੁਸ਼ਕਰ ਗੁਰੂ ਨਾਨਕ ਸਾਹਿਬ ਦੇ ਆ ਕੇ ਉਹਨਾਂ ਸਾਰੇ ਸਿੱਧਾਂ ਨੇ ਦਰਸ਼ਨ ਦਿਦਾਰੇ ਕੀਤੇ ਸਨ। ਮੰਗਲ ਆਦਿਕ ਸੁਜਾਸੇ ਉਚਾਰਾ। ਮੰਗਲਨਾਥ ਆਇਆ ਸੀ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸਿੱਧ ਆਏ ਸਨ, ਜਿਨ੍ਹਾਂ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਦਾ ਸੁਜਸ ਕੀਤਾ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਵਡਿਆਈ ਕੀਤੀ। ਸ਼੍ਰੀ ਬਾਬਾ ਤੁਮ ਤਾਨੇ ਉਧਾਰਾ। ਔਰ ਉਹਨਾਂ ਸਿੱਧਾਂ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਏਦਾਂ ਸਿੱਧਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸੋਭਾ ਕੀਤੀ ਔਰ ਆਖਿਆ, ਹੇ ਗੁਰੂ ਨਾਨਕ ਸਾਹਿਬ,
ਤੁਸੀਂ ਧਨ ਹੋ, ਤੁਹਾਡੀ ਵਡਿਆਈ ਧਨ ਹੈ, ਤੁਹਾਡੀ ਕਮਾਈ ਧਨ ਹੈ। ਇਮ ਬੋਲਤ ਜਿਸ ਕਾਲ ਕਿਰਪਾਲਾ। ਏਦਾਂ ਸਤਿਗੁਰੂ ਜੀ ਦੇ ਨਾਲ ਉਹਨਾਂ ਨੇ ਆਣ ਕੇ ਬਚਨ ਬਿਲਾਸ ਕੀਤੇ ਸਨ। ਤਿਹ ਕੇ ਨਰ ਕਰ ਮੇਲ ਬਿਸਾਲਾ। ਏਦਾਂ ਚੇਤਨ ਪੰਡਤ ਜੀ ਦੱਸ ਰਹੇ ਸੀ ਸਾਰੀਆਂ ਗੱਲਾਂ ਬਾਤਾਂ, ਤੇ ਮਹਾਰਾਜ ਜੀ ਬੈਠੇ ਸੁਣ ਰਹੇ ਨੇ, ਸਿੰਘ ਵੀ ਸੁਣ ਰਹੇ ਨੇ। ਇੰਨੇ ਨੂੰ ਪੁਸ਼ਕਰ ਨਗਰ ਦੇ ਜਿਹੜੇ ਲੋਕ ਨੇ ਬਹੁਤ ਸਾਰੇ, ਉਹ ਇਕੱਠੇ ਹੋ ਕੇ ਆਏ। ਵਿਪਰ ਬਨਕ ਤੇ ਆਦਿਕ ਜਾਲ। ਬਹੁਤ ਸਾਰੇ ਜਿਹੜੇ ਪੁਸ਼ਕਰ ਵਿੱਚ ਬਣੀਏ ਸਨ, ਦੁਕਾਨਦਾਰ, ਵਪਾਰ ਕਰਨ ਵਾਲੇ ਵਪਾਰੀ ਸਨ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਲੋਕ ਆਮ ਸਧਾਰਨ ਰਹਿੰਦੇ ਨੇ, ਉਹ ਵੀ ਆਏ। ਚਲ ਆਏ ਚੇਤਨ ਦਿਜ ਨਾਲ। ਪੰਡਤ ਚੇਤਨ ਜੀ ਇਹਨਾਂ ਦੇ ਨਾਲ ਚੱਲ ਕੇ ਆਏ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ। ਕਰ ਕਰ ਨਮੋ ਪ੍ਰਵਾਰਤ ਬੈਸੇ। ਸਤਿਗੁਰਾਂ ਨੂੰ ਪ੍ਰਣਾਮ ਕਰਕੇ, ਨਮਸਕਾਰ ਕਰਕੇ ਕਲਗੀਧਰ ਜੀ ਦੇ ਚੌਂ ਪਾਸੀ ਬੈਠ ਗਏ। ਕੌਣ ਜਾਤ ਬੂਝਤ ਪੇ ਐਸੇ। ਔਰ ਸਤਿਗੁਰੂ ਜੀ ਨੂੰ ਕਿਉਂਕਿ ਬਹੁਤੇ ਇਹਨਾਂ ਵਿੱਚੋਂ ਪੰਡਤ ਜਿਹੜੇ ਆਏ ਨੇ, ਉਹਨਾਂ ਨੂੰ ਸਤਿਗੁਰਾਂ ਬਾਰੇ ਬੋਧ ਨਹੀਂ ਸੀ। ਮਹਾਰਾਜ ਜੀ ਨੂੰ ਆ ਕੇ ਪੁੱਛਦੇ ਆ, ਮਹਾਰਾਜ ਜੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ ਚੱਲ ਕੇ? ਸੰਗ ਆਪ ਕੇ ਸੰਤਾਰੀ। ਮਹਾਰਾਜ ਜਿਹੜੇ ਤੁਹਾਡੇ ਨਾਲ ਤੁਹਾਡੇ ਸੇਵਕ ਨੇ, ਸਾਰੇ ਕੇਸਾ ਧਾਰੀ ਹਨ। ਇਹਨਾਂ ਸਾਰਿਆਂ ਨੇ ਕੇਸ ਧਾਰਨ ਕੀਤੇ ਹੋਏ ਨੇ, ਜਟਾ ਜੂਟ ਹਨ। ਕਿਆ ਇਨ ਕੀ ਦੇਹੁ ਜਾਤ ਉਚਾਰੀ। ਆ ਜਿਹੜੇ ਤੁਹਾਡੇ ਨਾਲ ਸੇਵਕ ਨੇ, ਇਹਨਾਂ ਦੀਆਂ ਕੀ ਬਰਾਦਰੀਆਂ ਨੇ, ਇਹ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਹਨ? ਬੂਝਤ ਹੈ ਲਖ ਬੇਸ ਨਵੀਨਾ। ਕਿਉਂਕਿ ਇਹ ਜਿਹੜੇ ਤੁਹਾਡੇ ਸੇਵਾਦਾਰ ਨੇ, ਤੁਹਾਡੇ ਨਾਲ ਆਏ ਹੋਏ, ਚੱਕਰਾਂ ਦੁਮਾਲਿਆਂ ਵਾਲੇ, ਕੇਸਾ ਧਾਰੀ, ਸ਼ਸਤਰ ਧਾਰੀ, ਅਸੀਂ ਪਹਿਲੀ ਵਾਰ ਵੇਖੇ ਨੇ। ਕਿਉਂਕਿ ਉਸ ਇਲਾਕੇ 'ਚ ਸਿੱਖੀ ਦੀ ਬਹੁਤ ਘਾਟ, ਹੁਣ ਵੀ ਬਹੁਤ ਪਰਿਵਾਰ ਜਿਹੜੇ ਨੇ ਸਿੱਖਾਂ ਦੇ ਘੱਟ ਨੇ। ਕਿਤੇ ਕਿਤੇ ਪੁਸ਼ਕਰ ਨਗਰ ਦੇ ਵਿੱਚ ਤਾਂ ਚਲੋ ਕੁਝ ਸਿੱਖਾਂ ਦੇ ਪਰਿਵਾਰ ਹਨ, ਪਰ ਆਲੇ ਦੁਆਲੇ ਨਗਰਾਂ ਦੇ ਵਿੱਚ ਸਿੱਖੀ ਬਹੁਤ ਜ਼ਿਆਦਾ ਨਹੀਂ ਹੈ। ਤਾਂ ਉਸ ਵੇਲੇ ਮਹਾਰਾਜ ਜੀ ਨਾਲ ਜਦੋਂ ਤਿਆਰ ਬਰ ਤਿਆਰ ਸਿੰਘ ਵੇਖੇ, ਸ਼ਸਤਰ ਧਾਰੀ, ਕੇਸਾ ਧਾਰੀ, ਕਹਿੰਦੇ ਜੀ ਇਹ ਨਵੇਂ ਵੇਸ ਵਾਲੇ ਸਿੱਖ ਵੇਖੇ ਨੇ ਤੁਹਾਡੇ ਨਾਲ, ਵੀ ਇਹਨਾਂ ਦਾ ਭੇਸ, ਇਹਨਾਂ ਦਾ ਸਵਰੂਪ ਨਵਾਂ ਹੈ। ਇਹ ਕੇਸਾ ਧਾਰੀ ਨੇ, ਸ਼ਸਤਰ ਧਾਰੀ ਹਨ। ਇਸ ਕਰਕੇ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਵੀ ਇਹਨਾਂ ਦੀ ਜਾਤ ਬਰਾਦਰੀ ਕੀ ਹੈ, ਔਰ ਇਹ ਸਵਰੂਪ ਜਿਹੜਾ ਇਹਨਾਂ ਨੇ ਧਾਰਨ ਕੀਤਾ, ਇਹ ਕੌਣ ਹਨ? ਹਿੰਦੂ ਤੁਰਕ ਇਮ ਕਿਨੋ ਨ ਕੀਨਾ। ਨਾ ਇਹੋ ਜਿਹਾ ਸਰੂਪ ਕਿਸੇ ਹਿੰਦੂ ਦਾ ਹੈ ਤੇ ਨਾ ਹੀ ਕਿਸੇ ਮੁਸਲਮਾਨ ਦਾ ਹੈ। ਮੁਸਲਮਾਨ ਵੀ ਇਦਾਂ ਦਾ ਰੂਪ ਨਹੀਂ ਰੱਖਦੇ ਤੇ ਹਿੰਦੂਆਂ ਵਿੱਚ ਵੀ ਇਦਾਂ ਦਾ ਸਰੂਪ ਨਹੀਂ। ਸੁਨ ਕਰ ਗੁਰਪੁਰ ਮਾਵਨ ਕੀਆ। ਜਦੋਂ ਇਹਨਾਂ ਪੰਡਤਾਂ ਨੇ, ਪੁਸ਼ਕਰ ਨਗਰ ਦੇ ਲੋਕਾਂ ਨੇ ਸਤਿਗੁਰਾਂ ਨੂੰ ਪੁੱਛਿਆ, ਸੁਣ ਕੇ ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਭਇਓ ਖਾਲਸਾ ਜਗ ਮਹਤੀਆ। ਮਹਾਰਾਜ ਜੀ ਕਹਿੰਦੇ ਨਾ ਇਹ ਹਿੰਦੂ ਨੇ ਤੇ ਨਾ ਮੁਸਲਮਾਨ ਨੇ, ਇਹ ਤੀਸਰਾ ਪੰਥ ਖਾਲਸਾ ਪੰਥ ਹੋਇਆ ਜਗਤ ਵਿੱਚ ਪੈਦਾ। ਮਹਾਰਾਜ ਜੀ ਕਹਿੰਦੇ ਤੀਸਰਾ ਪੰਥ ਹੈ, ਇਹ ਖਾਲਸਾ ਪੰਥ ਹੈ। ਉਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ। ਮਹਾ ਤੇਗ ਸੀ ਦੰਗੇ ਬਾਜ, ਲੜਨ ਮਰਨ ਤੇ ਕਰੇ ਨਾ ਲਾਜ। ਮਹਾਰਾਜ ਜੀ ਕਹਿੰਦੇ ਤੀਸਰਾ ਪੰਥ ਹੈ ਖਾਲਸਾ ਪੰਥ, ਜਿਹੜਾ ਹਿੰਦੂਆਂ ਤੇ ਮੁਸਲਮਾਨਾਂ ਦੋਨਾਂ ਤੋਂ ਨਿਆਰਾ ਹੈ। ਇਹਨਾਂ ਪੁੱਛਿਆ ਨਾ ਜੀ, ਨਾ ਤਾਂ ਇਹਨਾਂ ਦਾ ਹਿੰਦੂਆਂ ਵਾਲਾ ਰੂਪ ਹੈ, ਨਾ ਮੁਸਲਮਾਨਾਂ ਵਾਲਾ, ਇਹ ਨਵਾਂ ਹੀ ਵੇਸ ਹੈ। ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਦਾ ਵੇਸ ਹੈ ਇਹ ਖਾਲਸਾ। ਇਹ ਤੀਸਰਾ ਪੰਥ ਹੈ, ਖਾਲਸਾ ਪੰਥ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗ੍ਹਾ ਤੀਜ ਭੇਸਾ। ਮਹਾਰਾਜ ਜੀ ਕਹਿੰਦੇ ਸਾਡਾ ਇਹ ਖਾਲਸਾ ਪੰਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਖਾਲਸਾ ਹੈ। ਹਿੰਦੂ ਤੁਰਕ ਦੋਹਿਨ ਤੇ ਨਿਆਰੋ। ਇਹ ਹਿੰਦੂਆਂ ਤੇ ਮੁਸਲਮਾਨਾਂ ਦੋਨਾਂ ਤੋਂ ਨਿਆਰਾ ਹੈ। ਦਹੋ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜਾ ਪ੍ਰਧਾਨੀ। ਮਹਾਰਾਜ ਜੀ ਕਹਿੰਦੇ ਦੋਨਾਂ ਤੋਂ ਨਿਰਾਲਾ ਤੇ ਦੋਨਾਂ ਤੋਂ ਵੱਖਰਾ ਹੈ। ਸ੍ਰੀ ਅਕਾਲ ਕੇ ਦਾਸ ਵਿਚਾਰੋ। ਇਹ ਅਕਾਲ ਪੁਰਖ ਦਾ ਦਾਸ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਖਾਲਸਾ ਨਾ, ਇਹ ਅਕਾਲ ਪੁਰਖ ਦਾ ਦਾਸ ਹੈ। ਜਾਂ ਇਦਾਂ ਕਹਿ ਲੋ ਇਹ ਅਕਾਲ ਦੀ ਫੌਜ ਹੈ, ਇਹ ਅਕਾਲੀ ਹਨ। ਇਹ ਖਾਲਸਾ
ਅਕਾਲ ਦੀ ਫੌਜ ਔਰ ਅਕਾਲੀ ਹਨ, ਹਮ ਅਕਾਲੀ ਸਭ ਕੇ ਵਾਲੀ, ਹਮਾਰਾ ਪੰਥ ਨਿਆਰਾ ਹੈ। ਇਹ ਅਕਾਲ ਪੁਰਖ ਦੀ ਫੌਜ ਆ, ਅਕਾਲ ਪੁਰਖ ਦੇ ਦਾਸ ਹਨ। ਬੀਜ ਮਾਤਰ ਅਬ ਰੂਪ ਦਿਖਾਵਾ। ਮਹਾਰਾਜ ਜੀ ਕਹਿੰਦੇ ਹਾਲੇ ਤਾਂ ਬੀਜ ਮਾਤਰ ਰੂਪ ਵਿਖਾਇਆ ਖਾਲਸੇ ਦਾ, ਇਹ ਹਾਲੇ ਬੀਜ ਮਾਤਰ ਹੈ ਤੇ ਬੀਜ ਮਾਤਰ ਇਹਨਾਂ ਦਾ ਰੂਪ ਵਿਖਾਇਆ ਤੁਹਾਨੂੰ। ਹੱਥ ਤੁਰ ਕਣ ਠਾਨੇ ਸ਼ਿਤ ਦਾਵਾ। ਮਹਾਰਾਜ ਜੀ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਵਧਣਗੇ, ਔਰ ਆ ਜਿਹੜੇ ਹਿੰਦੁਸਤਾਨ ਦੇ ਉੱਤੇ ਤੁਰਕ ਰਾਜ ਕਰ ਰਹੇ ਨੇ ਨਾ, ਇਹਨਾਂ ਕੋਲੋਂ ਰਾਜ ਖੋਣ ਦਾ ਦਾਵਾ ਕਰਕੇ ਰਾਜ ਖੋਣਗੇ ਵੀ ਰਾਜ ਅਸੀਂ ਲੈਣਾ। ਰਾਜ ਦਾ ਦਾਵਾ ਕਰਕੇ ਇਹਨਾਂ ਕੋਲੋਂ ਰਾਜ ਖੋਣਗੇ। ਸਭ ਪਰ ਬਲੀ ਵੀਰ ਬਰ ਬੰਕਾ। ਇਹ ਸਾਰਿਆਂ ਤੇ ਬਲੀ ਹੋਵੇਗਾ ਮੇਰਾ ਖਾਲਸਾ, ਵੀਰ ਯੋਧਾ ਬੰਕਾ ਹੋਵੇਗਾ, ਸੁੰਦਰ ਹੋਵੇਗਾ। ਆਯੁਧ ਤਾਰੀਰ ਪੈ ਆਤੰਕਾ। ਕਹਿੰਦੇ ਆਯੁਧ ਧਾਰੀ, ਸ਼ਸਤਰ ਧਾਰੀ ਇਹ ਮੇਰਾ ਖਾਲਸਾ ਹੈ ਤੇ ਆਉਣ ਵਾਲੇ ਸਮੇਂ 'ਚ ਹੋਰ ਪ੍ਰਗਟ ਹੋਵੇਗਾ। ਮੇਰੇ ਇਸ ਸ਼ਸਤਰ ਧਾਰੀ ਖਾਲਸੇ ਨੂੰ ਵੇਖ ਕੇ ਦੁਸ਼ਮਣਾਂ ਦੇ ਹਿਰਦਿਆਂ ਵਿੱਚ ਆਤੰਕ ਪੈਦਾ ਹੋਵੇਗਾ, ਡਰ। ਆਤੰਕਾ ਦਾ ਮਤਲਬ ਜਿਹੜੇ ਜਰਵਾਣੇ ਨੇ ਉਹਨਾਂ ਨੂੰ ਡਰ ਪੈਦਾ ਹੋਵੇਗਾ। ਖਾਲਸੇ ਦੇ ਦੁਸ਼ਮਣਾਂ ਨੂੰ ਖਾਲਸੇ ਨੂੰ ਵੇਖ ਕੇ ਭੈ ਪੈਦਾ ਹੁੰਦਾ ਹੈ। ਜਿਹੜੇ ਖਾਲਸੇ ਨਾਲ ਮਿੱਤਰਤਾ ਰੱਖਣ ਵਾਲੇ ਨੇ ਉਹ ਤਾਂ ਖਾਲਸੇ ਨੂੰ ਵੇਖ ਕੇ ਸ਼ੌਂਕ ਨਾਲ ਉਹਨਾਂ ਦੀਆਂ ਛਾਤੀਆਂ ਗੱਜ-ਗੱਜ ਚੌੜੀਆਂ ਹੋ ਜਾਂਦੀਆਂ ਵੀ ਗੁਰੂ ਕੇ ਖਾਲਸੇ ਆ ਗਏ। ਜਿਹੜੇ ਦੋਖੀ ਨੇ, ਦੁਸ਼ਮਣ ਨੇ, ਉਹਨਾਂ ਨੂੰ ਖਾਲਸਾ ਚੰਗਾ ਨਹੀਂ ਲੱਗਦਾ। ਮੋਟਾ ਸੁਰਮਾ ਨਾ ਅੱਖਾਂ 'ਚ ਪਾਇਆ ਰੜਕਦਾ ਉਹਨਾਂ ਦੇ। ਹਾਂਜੀ, ਸੁਨ ਕਰ ਸਰਬ ਲੋਕ ਬਿਸਮਾਏ। ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਸਾਰੇ ਇੱਕ ਵਾਰੀ ਹੈਰਾਨ ਹੋਏ। ਗੁਰ ਸਮਰੱਥ ਨਯੋ ਉਪਾਏ। ਮਹਾਰਾਜ ਜੀ ਸਮਰੱਥ ਹਨ, ਇਹ ਧਨ ਹਨ। ਸਾਰੇ ਏਦਾਂ ਕਹਿ ਕੇ ਨਮਸਕਾਰਾਂ ਕਰਦੇ ਸਤਿਗੁਰੂ ਜੀ ਦੇ ਚਰਨਾਂ ਵਿੱਚ। ਉਠੇ ਪ੍ਰਭੂ ਚੇਤਨ ਲੈ ਨਾਲ। ਜਿਹੜਾ ਉਹ ਚੇਤਨ ਪੰਡਤ ਸੀ ਉਹਨੂੰ ਮਹਾਰਾਜ ਜੀ ਨੇ ਨਾਲ ਲਿਆ ਤੇ ਲੈ ਕੇ ਉੱਠ ਕੇ ਚੱਲੇ। ਦੇਖਣ ਲਾਗੇ ਠਵਰ ਵਿਸਾਲ। ਤੇ ਪੁਸ਼ਕਰ ਜਿਹੜਾ ਆਲੇ ਦੁਆਲੇ ਬਹੁਤ ਸਾਰੇ ਮੰਦਿਰ ਨੇ, ਬ੍ਰਹਮਾ ਜੀ ਦਾ ਉੱਚੇ ਥਾਂ ਤੇ ਇੱਕ ਮੰਦਿਰ ਬਣਿਆ, ਉਹ ਸਾਰੇ ਮੰਦਿਰਾਂ ਦਾ ਮਹਾਰਾਜ ਜੀ ਫਿਰ ਕੇ ਸੈਲ ਕਰਕੇ ਵੇਖਦੇ ਹਨ। ਤੀਰਥ ਪਾਰ ਥਾਨ ਦਿਖਲਾਵਾ। ਪੁਸ਼ਕਰ ਤੀਰਥ ਦੇ ਪਾਰਲੇ ਪਾਸੇ ਜਿਹੜੇ ਥਾਂ ਨੇ, ਜਿਹੜੀਆਂ ਜਗ੍ਹਾਵਾਂ ਨੇ, ਉਹ ਸਾਰੀਆਂ ਚੇਤਨ ਪੰਡਤ ਮਹਾਰਾਜ ਜੀ ਨੂੰ ਵਿਖਾਉਂਦਾ ਹੈ, ਉੱਥੋਂ ਦਾ ਇਤਿਹਾਸ ਸੁਣਾਉਂਦਾ ਹੈ। ਪਿਖੀ ਗੁਹਾ ਜਹ ਨਾਗ ਰਹਾਵਾ। ਕਹਿੰਦੇ ਜਿਹੜੀ ਨਾਗ ਦੀ ਗੁਫਾ ਹੈ ਉੱਥੇ ਉਹ ਵੀ ਮਹਾਰਾਜ ਜੀ ਨੂੰ ਦੱਸਦਾ ਵਿਖਾਉਂਦਾ ਹੈ। ਇਤਿਆਦਿਕ ਅਵਲੋਕਨ ਕਰੇ। ਏਦਾਂ ਇਹ ਸਾਰੀਆਂ ਥਾਵਾਂ ਜਿਹੜੀਆਂ ਪੁਸ਼ਕਰ ਦੇ ਕਿਨਾਰੇ ਹਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੇਤਨ ਪੰਡਤ ਨੇ ਵਿਖਾਈਆਂ। ਚੇਤਨ ਕਛੂ ਪ੍ਰਸੰਗ ਉਚਰੇ। ਔਰ ਉੱਥੋਂ ਦੇ ਕੁਝ ਪ੍ਰਸੰਗ ਜਿਵੇਂ ਇਤਿਹਾਸ ਹੁੰਦਾ ਉੱਥੋਂ ਦੀਆਂ ਲੋਕ ਕਰੀਤੀਆਂ ਮੁਤਾਬਕ ਉਹ ਪੰਡਤ ਚੇਤਨ ਜੀ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਦੱਸਦੇ ਨੇ, ਸੁਣਾਉਂਦੇ ਨੇ। ਉੱਥੋਂ ਦੀ ਜਾਣਕਾਰੀ ਮਹਾਰਾਜ ਜੀ ਨੂੰ ਦਿੰਦੇ ਹਨ। ਕਮਲਾਸਨ ਮਖ ਕੀ ਨਸਈਹਾ। ਦੱਸਿਆ ਮਹਾਰਾਜ ਜੀ ਬ੍ਰਹਮਾ ਜੀ ਨੇ ਇਸ ਜਗ੍ਹਾ ਤੇ ਯੱਗ ਕੀਤਾ ਸੀ। ਇਹ ਜਿਹੜਾ ਪੁਸ਼ਕਰ ਨਾਮ ਕਮਲ ਦਾ ਹੀ ਹੈ ਨਾ, ਬ੍ਰਹਮਾ ਦਾ ਹੀ ਹੈ। ਮਹਾਰਾਜ ਜੀ ਇਸ ਜਗ੍ਹਾ ਤੇ ਬ੍ਰਹਮਾ ਜੀ ਨੇ ਬੜਾ ਵੱਡਾ ਯੱਗ ਕੀਤਾ ਸੀ। ਧਾਰਨ ਵੇਖ ਰੁਦਰ ਕੋ ਮਹਾ। ਔਰ ਇੱਥੇ ਰੁਦਰ ਜਿਹੜਾ ਸ਼ਿਵ ਉਹ ਬੜਾ ਭਿਆਨਕ। ਉੱਥੋਂ ਦਾ ਪੁਸ਼ਕਰ ਦਾ ਇਤਿਹਾਸ ਮਹਾਰਾਜ ਜੀ ਨੂੰ ਦੱਸ ਰਿਹਾ ਚੇਤਨ ਪੰਡਤ। ਮਹਾਰਾਜ ਜੀ ਇੱਥੇ ਬ੍ਰਹਮਾ ਜੀ ਨੇ ਯੱਗ ਕੀਤਾ ਬੜਾ ਵੱਡਾ, ਔਰ ਰੁਦਰ ਜਿਹੜਾ ਹੈ ਉਹ ਉਸ ਵਕਤ ਬੜਾ ਭਿਆਨਕ ਰੂਪ ਧਾਰਨ ਕਰਕੇ ਬ੍ਰਹਮਾ ਜੀ ਦੇ ਕੋਲ ਆਇਆ। ਲੈ ਕਪਾਲ ਕੋ ਜਾਚਨ ਆਵਾ। ਉਹਦੇ ਹੱਥ ਵਿੱਚ ਮੁਰਦੇ ਦੀ ਖੋਪੜੀ ਸੀ, ਉਹ ਖੋਪੜੀ ਲੈ ਕੇ ਤੇ ਬ੍ਰਹਮਾ ਜੀ ਦੇ ਕੋਲ ਮੰਗਣ ਆਇਆ। ਬਿਨ ਜਾਣੇ ਤੇ ਚਿਰੇ ਹਟਾਵਾ। ਤੇ ਬ੍ਰਹਮਾ ਜੀ ਨੇ ਜਾਣੇ ਬਿਨਾ ਵੀ ਖਬਰੇ ਕੌਣ ਆ ਗਿਆ, ਉਹਨਾਂ ਨੇ ਝਿੜਕ ਕੇ ਇਹਨੂੰ ਹਟਾ ਦਿੱਤਾ ਵੀ ਤੂੰ ਲੈ ਕੇ ਮੁਰਦੇ ਦੀ ਖੋਪੜੀ ਐਡੇ ਪਵਿੱਤਰ ਯੱਗ ਵਿੱਚ ਆ ਗਿਆ, ਚੱਲ ਇੱਥੋਂ ਭੱਜ ਜਾ। ਏਦਾਂ ਬ੍ਰਹਮਾ ਜੀ ਨੇ ਗੁੱਸੇ ਚ ਆ ਕੇ ਉਹਨੂੰ ਭਜਾ ਦਿੱਤਾ। ਪ੍ਰਥਮ ਅਮੰਗਲ ਵੇਖ ਦਿਖਾਵੇ। ਕਹਿੰਦੇ ਮੈਂ ਸ਼ੁਭ ਕੰਮ ਕਰਦਾ ਤੇ ਆ ਕੇ ਤੂੰ ਭੈੜੀ ਜੀ ਮੂਰਤ ਵਿਖਾ ਦਿੱਤੀ ਆਪਣੀ, ਤੇ ਆ ਮੁਰਦੇ ਦੀ ਖੋਪੜੀ ਲੈ ਕੇ ਆ ਗਿਆ ਮੇਰੇ ਕੋਲ। ਮਖ ਮੈਂ ਨਹਿ ਐਸੇ ਬਨ ਆਵੇ। ਜਿਹੜਾ ਯੱਗ ਕਰੀਦਾ, ਯੱਗ ਵਿੱਚ ਏਦਾਂ ਦਾ ਰੂਪ ਨਹੀਂ ਧਾਰਨ ਕਰਕੇ ਆਈਦਾ ਜਿੱਦਾਂ ਦਾ ਤੂੰ ਬਣਾ ਕੇ ਆਇਆ। ਤਬ ਸ਼ਿਵ ਨੇ ਕੇ ਪਗਨ ਕਪਾਲਾ। ਹੁਣ ਉਹ ਸ਼ਿਵ ਸੀ,
ਉਹਨੂੰ ਗੁੱਸਾ ਆਇਆ ਵੀ ਇਹਨੇ ਮੇਰਾ ਨਿਰਾਦਰ ਕੀਤਾ, ਮੇਰਾ ਤਾਂ ਰੂਪ ਹੀ ਇਹ ਆ, ਮੈਂ ਤਾਂ ਇਦਾਂ ਦਾ ਹੀ ਬਣ ਕੇ ਆਉਣਾ ਨਾ। ਹੱਥ ਦੇ ਵਿੱਚ ਮੁਰਦੇ ਦੀ ਖੋਪੜੀ ਰੱਖਣੀ, ਕਪਾਲ ਰੱਖਣਾ, ਇਹ ਤਾਂ ਮੇਰਾ ਸਵਰੂਪ ਹੈ। ਕਹਿੰਦੇ ਉਸ ਵੇਲੇ ਸ਼ਿਵ ਨੇ ਗੁੱਸੇ ਵਿੱਚ ਆ ਕੇ ਜਿਹੜੀ ਉਹ ਕਪਾਲ ਸੀ ਉਹ ਜ਼ੋਰ ਨਾਲ ਜ਼ਮੀਨ ਦੇ ਉੱਤੇ ਪਟਕੀ। ਭੇ ਮਖ ਥਲ ਮੈਂ ਜਹ ਕਹਿ ਜਾਲਾ। ਜਿੱਥੇ ਉਹ ਯੱਗ ਕਰਾ ਰਹੇ ਸੀ ਬ੍ਰਹਮਾ ਜੀ, ਕਹਿੰਦੇ ਉਹ ਇੱਕ ਖੋਪੜੀ ਤੋਂ ਘਿਰਣਾ ਕਰਦਾ ਸੀ, ਉੱਥੇ ਹਜ਼ਾਰਾਂ ਖੋਪੜੀਆਂ ਖਿਲਰ ਗਈਆਂ ਸਾਰੇ ਪਾਸੇ। ਕਪਾਲ ਹੀ ਕਪਾਲ ਕਹਿੰਦੇ ਹਜ਼ਾਰਾਂ ਹੀ ਇਸ ਜਗ੍ਹਾ ਤੇ ਫੈਲ ਗਏ। ਭਿਖ ਪ੍ਰਤਾਪ ਬ੍ਰਹਮਾ ਨੇ ਜਾਨਾ। ਜਦੋਂ ਬ੍ਰਹਮਾ ਜੀ ਨੇ ਪ੍ਰਤਾਪ ਵੇਖਿਆ ਵੀ ਇਹ ਤਾਂ ਸ਼ਿਵ ਹੈ ਜਿਹੜਾ ਰੁਦਰ ਰੂਪ ਹੋ ਕੇ ਆਇਆ, ਫਿਰ ਉਹਨਾਂ ਨੇ ਪਹਿਚਾਣਿਆ। ਕਰੀ ਸਤੁਤ ਆਸ਼ੀ ਬਿਦਮਾਨਾ। ਔਰ ਫਿਰ ਸ਼ਿਵ ਦੀ ਉਸਤਤ ਕੀਤੀ ਤੇ ਉਹਦੇ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗੀ। ਇਤਿਆਦਿਕ ਹੈ ਬੜੋ ਪ੍ਰਸੰਗ। ਇਹ ਤਾਂ ਇੱਥੋਂ ਦੇ ਬੜੇ ਵੱਡੇ ਪ੍ਰਸੰਗ ਨੇ। ਮਹਾਂਕਵੀ ਜੀ ਕਹਿੰਦੇ ਮੈਨੂੰ ਉਹ ਸਾਰੇ ਪ੍ਰਸੰਗਾਂ ਦੀ ਜਾਣਕਾਰੀ ਹੈ। ਜੇ ਕਹਿੰਦੇ ਉਹ ਸਾਰੇ ਪ੍ਰਸੰਗ ਵੀ ਪੁਸ਼ਕਰ ਦੀ ਸਾਰੀ ਕਥਾ ਕਿਵੇਂ ਕਿਵੇਂ ਉੱਥੇ ਸਤੀ ਨੇ ਬ੍ਰਹਮਾ ਜੀ ਨੂੰ ਕਿਹਾ ਤੁਸੀਂ ਯੱਗ ਕਰੋ, ਤੁਹਾਡਾ ਇੱਕ ਮੰਦਿਰ ਹੋਵੇਗਾ, ਪੂਜਾ ਹੋਵੇਗੀ। ਕਹਿੰਦੇ ਉਹ ਬੜੀ ਲੰਮੀ ਵਿਸਥਾਰ ਵਾਲੀ ਕਥਾ ਹੈ। ਗ੍ਰੰਥ ਬਦਨ ਤੇ ਉਰ ਡਰ ਸੰਗ। ਕਹਿੰਦੇ ਫਿਰ 5-7 ਪ੍ਰਸੰਗ ਉਹਦੇ ਹੀ 5-6 ਦਿਨ ਲੰਘ ਜਾਣੇ ਆ ਜੇ ਉਹ ਲਿਖਣ ਲੱਗੀਏ। ਇਸ ਕਰਕੇ ਕਹਿੰਦੇ ਮੈਂ ਗੁਰੂ ਸਾਹਿਬ ਦੀ ਕਥਾ ਲਿਖਣੀ ਹੈ। ਭਾਈ ਸਾਹਿਬ ਕਹਿੰਦੇ ਕਿਉਂਕਿ ਭਾਈ ਸਾਹਿਬ ਦੇ ਸਰੀਰਕ ਦੇ ਵਿੱਚ ਵੀ ਕੁਝ ਖੇਚੜਾ ਆ ਚੁੱਕੀ ਸੀ ਜਿਹੜੀ ਉਹਨਾਂ ਦੀ ਕਥਾ ਤੋਂ ਪਤਾ ਲੱਗਦਾ ਹੈ। ਕਿਉਂਕਿ ਇਸ ਕਥਾ ਨੂੰ ਲਿਖਣ ਤੋਂ ਬਾਅਦ ਮਹਾਂਕਵੀ ਜੀ ਤਕਰੀਬਨ 3-4 ਮਹੀਨਿਆਂ ਬਾਅਦ ਆਪਣਾ ਸਰੀਰ ਛੱਡ ਗਏ ਸਨ ਤੇ ਸਰੀਰਕ ਖੇਚੜਾ ਰਹਿੰਦੀ ਸੀ। ਇਸ ਕਰਕੇ ਭਾਈ ਸਾਹਿਬ ਦਾ ਮੁੱਖ ਪ੍ਰਯੋਜਨ ਸੀ ਵੀ ਗੁਰੂ ਸਾਹਿਬ ਕਿਸੇ ਤਰੀਕੇ ਮੇਰੇ ਕੋਲੋਂ ਇਹ ਕਥਾ ਸੰਪੂਰਨ ਕਰਵਾ ਲੈਣ। ਜੇ ਕਿਤੇ ਭਾਈ ਸਾਹਿਬ ਇਸ ਕਥਾ ਨੂੰ ਲਿਖਣ ਤੋਂ ਬਾਅਦ ਕੁਝ ਸਮਾਂ ਹੋਰ ਰਹਿ ਜਾਂਦੇ ਤਾਂ ਕਲਗੀਧਰ ਜੀ ਤੋਂ ਬਾਅਦ ਦਾ ਸਾਰਾ ਇਤਿਹਾਸ ਖਾਲਸੇ ਦਾ ਉਹ ਵੀ ਜੇ ਭਾਈ ਸਾਹਿਬ ਆਪਣੀ ਕਲਮ ਨਾਲ ਲਿਖ ਜਾਂਦੇ ਤੇ ਬੜਾ ਵੱਡਾ ਉਪਕਾਰ ਹੁੰਦਾ। ਪਰ ਹੁਕਮ ਸੀ ਸਾਹਿਬ ਦਾ, ਅਕਾਲ ਪੁਰਖ ਦਾ, ਉਹਨਾਂ ਕੋਲ ਇੰਨੀ ਸੇਵਾ ਵਾਹਿਗੁਰੂ ਜੀ ਨੇ ਪਰਮੇਸ਼ਰ ਜੀ ਨੇ ਲੈਣੀ ਸੀ, ਬੜੀ ਵੱਡੀ ਸੇਵਾ ਕਲਗੀਧਰ ਪਾਤਸ਼ਾਹ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਪਾਸੋਂ ਆਪਣੀ ਲਈ ਹੈ। ਇਹ ਮਹਾਨ ਸੇਵਾ ਹੈ। ਭਾਈ ਸਾਹਿਬ ਕਹਿੰਦੇ ਜੇ ਮੈਂ ਉਹ ਪੁਸ਼ਕਰ ਦੀ ਸਾਰੀ ਕਥਾ ਲਿਖਣ ਲੱਗਾ ਤਾਂ ਫਿਰ ਉਹ ਬੜਾ ਲੰਮਾ ਵਿਸਥਾਰ ਹੋ ਜਾਏਗਾ। ਨਹਿ ਬਰਨੋ ਸ਼ਰੋਤਾ ਸਭ ਜਾਨੋ। ਕਹਿੰਦੇ ਮੈਂ ਉਹ ਸਾਰੀ ਕਥਾ ਇੱਥੇ ਵਰਣਨ ਨਹੀਂ ਕਰਨੀ, ਤੁਸੀਂ ਸ਼ਰੋਤਾ ਜਨ ਜਾਣਦੇ ਹੋ। ਕਥਾ ਗੁਰਨ ਕੀ ਸੁਨੋ ਸੁਜਾਨੋ। ਇਹ ਪਿਆਰਿਓ ਤੁਸੀਂ ਗੁਰੂ ਕੀ ਕਥਾ ਸੁਣੋ, ਕਲਗੀਧਰ ਜੀ ਦਾ ਇਤਿਹਾਸ ਸੁਣੋ। ਰਹੀ ਕਿਤਕ ਸੋ ਚਿਤ ਦੇ ਬਰਨੋ। ਕਹਿੰਦੇ ਮਹਾਰਾਜ ਜੀ ਦੀ ਜਿਹੜੀ ਕਥਾ ਰਹਿੰਦੀ ਹੈ ਉਹ ਮੈਂ ਚਿੱਤ ਲਾ ਕੇ ਕਾਗਰ ਸੁਰਤ ਕਰਕੇ ਵਰਣਨ ਕਰਦਾ ਹਾਂ। ਬਾਸ਼ਤ ਪ੍ਰਾਪਤ ਪੂਰਨ ਕਰਨੋ। ਕਹਿੰਦੇ ਮੇਰੀ ਬਾਂਛਾ ਹੈ ਕਿ ਗੁਰੂ ਸਾਹਿਬ ਦੀ ਕਥਾ ਪੂਰਨ ਕਰਦਿਆਂ ਗੁਰੂ ਕਲਗੀਧਰ ਜੀ ਦਾ ਇਤਿਹਾਸ ਮੇਰੇ ਕੋਲੋਂ ਪੂਰਨ ਹੋ ਜਾਵੇ। ਕਵ ਸੰਤੋਖ ਸਿੰਘ ਮਨ ਪ੍ਰਤੀਤ। ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੇ ਮਨ ਵਿੱਚ ਗੁਰੂ ਸਾਹਿਬ ਜੀ ਦੀ ਪ੍ਰੀਤ ਹੈ। ਗੁਰ ਕੀ ਕਥਾ ਰਚੋ ਸ਼ੁਭ ਰੀਤ। ਮੈਂ ਗੁਰੂ ਕਲਗੀਧਰ ਜੀ ਦੀ ਕਥਾ ਸ਼ੁਭ ਰੀਤ ਦੇ ਨਾਲ ਰਚਾਂ ਲਿਖਾਂ। ਕਰਿਓ ਮਨੋਰਥ ਪੂਰਨ ਮੋਰਾ। ਸਤਿਗੁਰੂ ਜੀ ਨੇ ਮੇਰਾ ਮਨੋਰਥ ਪੂਰਾ ਕੀਤਾ ਹੈ। ਗੁਰੂ ਨੇ ਹੋਰ ਸਾਂਝ ਅਰ ਪੋਰਾ। ਕਹਿੰਦੇ ਮੈਂ ਸਤਿਗੁਰਾਂ ਨੂੰ ਸਵੇਰੇ ਸ਼ਾਮ 8 ਪਹਿਰ ਆਰਾਧਦਾ ਹਾਂ, ਸਤਿਗੁਰਾਂ ਨੂੰ ਨਿਹੋਰਦਾ ਹਾਂ ਔਰ ਮਹਾਰਾਜ ਜੀ ਦੀ ਕਥਾ ਲਿਖਦਾ ਹਾਂ। ਦੋਹਰਾ ਇਸੀ ਰੀਤ ਨਿਤ ਪ੍ਰਤ ਗਮਨ ਕਰਤ ਗੁਰੂ ਮਹਾਰਾਜ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਪੁਸ਼ਕਰ ਵਿੱਚ ਕੁਝ ਸਮਾਂ ਬਤੀਤ ਕੀਤਾ। ਚੇਤਨ ਪੰਡਤ ਨੂੰ ਮਹਾਰਾਜ ਜੀ ਨੇ ਆਪਣਾ ਇੱਕ ਹੁਕਮਨਾਮਾ ਦਿੱਤਾ ਜੋ ਅੱਜ ਵੀ ਉਹਨਾਂ ਪੰਡਤਾਂ ਦੀ ਜਿਹੜੀ ਉਹਨਾਂ ਦੀ ਅੰਸ਼-ਬੰਸ ਹੈ ਤੇ ਉਹ ਪੰਡਤ ਜੀ ਉੱਥੇ ਹੁੰਦੇ ਨੇ, ਉਹਨਾਂ ਦੇ ਪਾਸ ਉਹ ਹੁਕਮਨਾਮਾ ਮਹਾਰਾਜ ਜੀ ਦਾ ਹੈ। ਅਸੀਂ ਪਿੱਛੇ ਜੀ ਦਰਸ਼ਨ ਕਰਕੇ ਆਏ ਹਾਂ। ਉਹਨੂੰ ਪੰਜਾਬੀ ਪੰਡਾ ਕਹਿੰਦੇ ਹਨ ਕਿਉਂਕਿ ਉਸ ਇਲਾਕੇ ਵਿੱਚ ਜਿਹੜੇ ਸਿੱਖ ਪਰਿਵਾਰ ਰਹਿੰਦੇ ਨੇ ਉਹ ਕੋਈ ਜਦੋਂ ਚਲਾਣੇ ਕਰਦਾ ਤੇ ਉਹਦੀਆਂ ਅਸਥੀਆਂ ਦਾ ਪ੍ਰਵਾਹ ਜਿਹੜਾ ਹੈ ਉਹ ਇੱਥੇ ਪੁਸ਼ਕਰ ਹੀ ਕਰਨ ਆਉਂਦੇ ਹੈ। ਇੱਧਰ ਪੰਜਾਬ ਨਹੀਂ ਆ ਸਕਦੇ, ਉੱਥੇ ਉਹ ਜਲ ਪ੍ਰਵਾਹ ਜਿਹੜੇ ਤੇ ਉਹ ਫਿਰ ਉਹਨਾਂ ਦਾ ਸਾਰਾ ਵਹੀ ਖਾਤੇ ਦੇ ਵਿੱਚ ਸਾਰਾ ਲਿਖਦੇ ਵੀ ਹੈ ਤੇ ਜਿਵੇਂ ਕੀਰਤਪੁਰ ਸਾਹਿਬ ਵਿਖੇ ਵੀ ਲਿਖਦੇ ਹਨ ਵੀ ਕਿਹੜਾ ਪ੍ਰਾਣੀ ਉਹਦੇ ਫੁੱਲ ਤਾਰੇ ਨੇ, ਕੌਣ ਕੌਣ ਤਾਰਨ ਆਇਆ ਹੈ ਤੇ ਉਹਨੂੰ ਪੰਜਾਬੀ ਪੰਡਾ ਕਹਿੰਦੇ ਹਨ। ਤੇ ਉਹ ਹੁਕਮਨਾਮੇ ਦੇ
ਦਰਸ਼ਨ ਵੀ ਕਰਾਉਂਦਾ ਮਹਾਰਾਜ ਕਲਗੀਧਰ ਜੀ ਦਾ ਹੁਕਮਨਾਮਾ ਲਿਖਿਆ ਹੋਇਆ ਉਹ ਚੇਤਨ ਪੰਡਤ ਨੂੰ ਮਹਾਰਾਜ ਜੀ ਨੇ ਦਿੱਤਾ ਸੀ। ਤੋ ਪੁਸ਼ਕਰ ਵਿਖੇ ਇਦਾਂ ਮਹਾਰਾਜ ਜੀ ਕੁਝ ਸਮਾਂ ਰਹਿ ਕੇ ਉਥੋਂ ਗਰੀਬਨ ਬਾਗ ਸਾਹਿਬ ਜੀ ਅੱਗੇ ਚੱਲੇ ਹਨ। मारवाड़ के देश में पहुँचे गरीब नवाज। ਜਿਹੜਾ ਮਾਰਵਾੜ ਦਾ ਇਲਾਕਾ ਜਿਹਨੂੰ ਆਪਾਂ ਰਾਜਸਥਾਨ ਦਾ ਇਲਾਕਾ ਅੱਗੇ ਸੰਘਣਾ ਇਲਾਕਾ ਸ਼ੁਰੂ ਹੋ ਜਾਂਦਾ, ਵੈਸੇ ਤਾਂ ਇੱਥੋਂ ਹੀ ਸ਼ੁਰੂ ਹੋ ਜਾਂਦਾ, ਪੁਸ਼ਕਰ ਵੀ ਰਾਜਸਥਾਨ ਦਾ ਹੀ ਇਲਾਕਾ ਹੈ। ਬੜੀ ਵੱਡੀ ਘੋੜਿਆਂ ਦੀ ਮੰਡੀ ਉੱਥੇ ਲੱਗਦੀ, ਬੜੇ ਬੜੇ ਵਧੀਆ ਨਸਲ ਦੇ ਘੋੜੇ, ਸਾਲ ਬਾਅਦ ਉੱਥੇ ਮੰਡੀਆਂ ਲੱਗਦੀਆਂ, ਬੜਾ ਪ੍ਰਸਿੱਧ ਨਗਰ ਹੈ ਘੋੜਿਆਂ ਦੀ ਮੰਡੀ ਦਾ। ਤੋ ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਮਾਰਵਾੜ ਦੇ ਇਲਾਕੇ 'ਚ ਰਾਜਸਥਾਨ ਦੇ ਇਲਾਕੇ ਵੱਲ ਵਧੇ ਹਨ। ਚੌਪਈ ਪੁਰ ਨਾਰਾਇਣਾ ਪਹੁੰਚੇ ਜਾਏ। ਇਸ ਤੋਂ ਅੱਗੇ ਫਿਰ ਹੋਰ ਕੋਈ ਨਗਰ ਨਹੀਂ ਮਿਲਦਾ। ਵੈਸੇ ਤਾਂ ਸਤਿਗੁਰੂ ਜੀ ਰਸਤੇ 'ਚ ਕਿਤੇ ਨਾ ਕਿਤੇ ਰੁਕੇ ਹੀ ਹੋਣਗੇ। ਪੁਸ਼ਕਰ ਤੋਂ ਨਾਰਾਇਣਾ ਨਗਰ ਆਉਂਦਾ। ਇਹ ਦਾਦੂ ਦੀਨ ਦਿਆਲ ਜੀ ਦਾ ਦਿਉਰਾ ਸੀ ਇੱਥੇ ਨਾਰਾਇਣੇ, ਤੇ ਦਾਦੂ ਪੰਥੀਆਂ ਦਾ ਬੜਾ ਵੱਡਾ ਪ੍ਰਸਿੱਧ ਡੇਰਾ ਹੈ। ਤੋ ਇੱਥੋਂ ਸਤਿਗੁਰੂ ਜੀ ਚੱਲ ਕੇ ਚਲਦਿਆਂ ਰਸਤੇ 'ਚ ਕਿਤੇ ਰੁਕੇ ਹੋਣਗੇ, ਪਰ ਉੱਥੇ ਅਸਥਾਨ ਪ੍ਰਗਟ ਨਹੀਂ ਹੋਏ। ਤੇ ਹੋ ਵੀ ਰਹੇ ਨੇ, ਮਹਾਰਾਜ ਜੀ ਨੇ ਆਪਣੇ ਅਸਥਾਨ ਆਪੇ ਪ੍ਰਗਟ ਕਰ ਵੀ ਲੈਣੇ, ਆਉਣ ਵਾਲੇ ਸਮੇਂ 'ਚ ਹੋ ਹੀ ਜਾਣੇ ਆ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਆ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਚਲਦਿਆਂ ਨਾਰਾਇਣੇ ਨਗਰ ਜੈਪੁਰ ਤੋਂ ਤਕਰੀਬਨ 60 ਕਿਲੋਮੀਟਰ ਦੀ ਵਾਟ ਤੇ ਇਹ ਨਗਰ ਹੈ ਨਾਰਾਇਣਾ। ਉੱਥੇ ਸਤਿਗੁਰੂ ਜੀ ਆਏ ਹਨ। ਜਿਹ ਦਾਦੂ ਦੁਆਰਾ ਕਹਿਲਾਏ। ਇੱਥੇ ਦਾਦੂ ਦੀਨ ਦਿਆਲ ਜੀ ਰਹਿੰਦੇ, ਉਹਨਾਂ ਦਾ ਦਿਉਰਾ ਸੀ ਉੱਥੇ। ਇਹ ਦਾਦੂ ਦੀਨ ਦਿਆਲ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਬੜੇ ਪਿਆਰੇ ਹੋਏ ਹੈ। ਤਾਂ ਇਹਨਾਂ ਦਾ ਆਪਣਾ ਵੱਖਰਾ ਪੰਥ ਸੀ, ਵੈਸ਼ਨਵ ਪੰਥ ਸੀ, ਪਰ ਇਹਨਾਂ ਦੀ ਲਿਖੀ ਬਾਣੀ ਮਿਲਦੀ ਹੈ ਜਿਹਦੇ ਵਿੱਚ ਗੁਰੂ ਸਾਹਿਬ ਦੀ ਉਪਮਾ ਮਿਲਦੀ ਹੈ। ਇੱਥੋਂ ਪਤਾ ਲੱਗਦਾ ਵੀ ਗੁਰੂ ਘਰ ਨਾਲ ਵੀ ਇਹਨਾਂ ਦਾ ਸਨੇਹ ਸੀ ਤੇ ਚੰਗੇ ਸਾਧੂ ਸਨ, ਕਰਨੀ ਵਾਲੇ, ਬੰਦਗੀ ਵਾਲੇ ਦਾਦੂ ਦੀਨ ਦਿਆਲ ਜੀ। ਉਹਨਾਂ ਦਾ ਦਿਉਰਾ ਸੀ ਉੱਥੇ, ਉਹਨਾਂ ਦਾ ਸਰੀਰ ਜਿਹੜਾ ਸੀ ਉਹਦਾ ਸੰਸਕਾਰ ਹੋਇਆ, ਉਹ ਜਗ੍ਹਾ ਬਣੀ ਹੋਈ ਹੈ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਸ ਨਗਰ ਨਾਰਾਇਣੇ ਵਿੱਚ ਚੱਲ ਕੇ ਆਏ। ਅਵਲੋਕਤ ਡੇਰਾ ਪ੍ਰਭ ਕਾਲਾ। ਨਾਰਾਇਣੇ ਨਗਰ ਦੇ ਵਿੱਚ ਮਹਾਰਾਜ ਜੀ ਬੜਾ ਵੱਡਾ ਇੱਕ ਤਲਾਬ ਸੀ, ਉੱਥੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ। ਸੁੰਦਰ ਜਹ ਕਹਿ ਥਾਲ ਬਿਸਾਲਾ। ਬੜੀ ਰਮਣੀਕ ਥਾਂ ਹੈ, ਝੀਲ ਨੁਮਾ ਜਿਹਾ ਇੱਕ ਤਲਾਬ ਹੈ ਬੜੇ ਵਿਸਥਾਰ ਵਾਲਾ। ਉਹਦੇ ਕੋਲ ਆ ਕੇ ਕਲਗੀਧਰ ਜੀ ਉਤਰੇ ਹਨ। ਉਤਰ ਤੁਰੰਗ ਤੇ ਥਿਰੇ ਗੁਸਾਈ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੋਂ ਉਤਰ ਕੇ ਤੇ ਜਿੱਥੇ ਦਾਦੂ ਦੀਨ ਦਿਆਲ ਜੀ ਦਾ ਦਿਉਰਾ ਸੀ ਨੇੜੇ ਹੀ, ਉੱਥੇ ਮਹਾਰਾਜ ਜੀ ਨੇ ਉਤਾਰਾ ਕੀਤਾ। ਵੈਸੇ ਜਿਸ ਜਗ੍ਹਾ ਤੇ ਸਤਿਗੁਰੂ ਜੀ ਨੇ ਚਰਨ ਪਾਏ ਉੱਥੇ ਤਾਂ ਉਹ ਦਾਦੂ ਦੀਨ ਦਿਆਲ ਜੀ ਹੋਣਾ ਦੀ ਜਗ੍ਹਾ ਹੈ। ਮਹਾਰਾਜ ਜੀ ਦੀ ਯਾਦ ਵਿੱਚ ਉੱਥੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਇੱਕ ਹੋਰ ਅਸਥਾਨ, ਗੁਰੂ ਘਰ ਬੜਾ ਸੁੰਦਰ ਕਿ ਕਲਗੀਧਰ ਜੀ ਦੀ ਆਮਦ ਤੇ ਉਹ ਯਾਦ ਵਿੱਚ ਉੱਥੇ ਬਣਾਇਆ ਹੋਇਆ ਨਾਰਾਇਣੇ ਪਿੰਡ 'ਚ। ਪਰ ਜਿੱਥੇ ਸਤਿਗੁਰਾਂ ਨੇ ਚਰਨ ਪਾਏ, ਡੇਰਾ ਕੀਤਾ, ਉੱਥੇ ਤਾਂ ਦਿਉਰਾ ਹੀ ਆ ਉਹਨਾਂ ਦਾ ਬਣਿਆ ਹੋਇਆ ਤੇ ਉਹਨਾਂ ਦਾ ਹੀ ਉੱਥੇ ਪ੍ਰਬੰਧ ਹੈ। ਉਹਨਾਂ ਦੀਨ ਜਿਹੜੇ ਦਾਦੂ ਪੰਥੀ ਨੇ ਉਹਨਾਂ ਦੀ ਉੱਥੇ ਸੇਵਾ। ਤੋ ਕਲਗੀਧਰ ਪਾਤਸ਼ਾਹ ਜੀ ਨੇ ਸੁੰਦਰ ਜਗ੍ਹਾ ਵੇਖ ਕੇ ਡੇਰਾ ਕੀਤਾ। ਸਿੰਘ ਆਨ ਬੈਠੇ ਤਿਸ ਥਾਈ। ਮਹਾਰਾਜ ਜੀ ਦੇ ਜਿੰਨੇ ਸਿੰਘ ਨੇ ਉਹ ਵੀ ਆ ਕੇ ਬਹਿ ਗਏ ਉਸੇ ਜਗ੍ਹਾ ਤੇ। ਸਨੇ ਸਨੇ ਸਭ ਆਏ ਬਹੀਰ। ਪਿੱਛੋਂ ਜਿਹੜਾ ਵਹੀਰ ਸੀ ਸਤਿਗੁਰਾਂ ਦਾ ਉਹ ਵੀ ਸਹਿਜੇ ਸਹਿਜੇ ਚਲਦਾ ਆ ਗਿਆ। ਉਤਰ ਪਰੇ ਹੋਏ ਬਹੁ ਪੀਰ। ਔਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਉਤਰੇ ਤੇ ਬਹੁਤ ਸਾਰੇ ਯੋਧੇ ਮਹਾਰਾਜ ਜੀ ਦੇ ਸੇਵਕ ਸਿੱਖ ਨਾਲ ਹਨ। ਹੈ ਨਹਰੇਖਾ ਹੋਤ ਬਿਸਾਲਾ। ਘੋੜੇ ਹਿਣਕਦੇ ਨੇ, ਘੋੜਿਆਂ ਦੇ ਹਿਣਕਣ ਦੀ ਆਵਾਜ਼ ਆਉਂਦੀ ਹੈ। ਗਾਡੇ ਮੇਖਣ ਸ਼ਬਦ ਉਠਾਲਾ। ਘੋੜਿਆਂ ਨੂੰ ਬੰਨਣ ਵਾਸਤੇ ਕਿੱਲੇ ਗੱਡ ਰਹੇ ਨੇ ਸਿੰਘ, ਤੇ ਕਿੱਲਿਆਂ ਨੂੰ ਜਦੋਂ ਗੱਡਦੇ ਆ ਥੋੜਿਆਂ ਦੇ ਨਾਲ ਉਹਨਾਂ ਦੀ ਆਵਾਜ਼ ਆਉਂਦੀ ਹੈ। ਕਿਤਕ ਬਿਲੋਕਤ ਦਾਦੂ ਦੁਆਰਾ। ਤੇ ਕਈ ਉੱਥੇ ਲਾਗੇ ਹੀ ਜਿਹੜਾ ਦਾਦੂ ਜੀ ਦਾ ਡੇਰਾ ਸੀ ਉੱਥੇ ਉਹ ਵੇਖਣ ਵਾਸਤੇ ਸਿੰਘ ਵੀ ਉਧਰ ਜਾ ਕੇ ਗੇੜਾ ਜਾ, ਜਿਵੇਂ ਨੇਤਰ ਝਾੜੂ ਕਹਿੰਦੇ ਆ ਖਾਲਸੇ ਦੇ ਬੋਲੇ 'ਚ, ਵੀ ਨੇਤਰ ਝਾੜੂ ਕਰਨ ਚਲੇ ਗਏ ਵੇਖਣ ਵੀ ਕਿੱਥੇ ਕੀ ਹੈ, ਡੇਰਾ ਕਰਨਾ ਵੀ।
ਜਲ ਪਾਣੀ ਦਾ ਪ੍ਰਬੰਧ ਕਿੱਥੋਂ ਹੋ ਸਕਦਾ, ਰਸਤਾਂ ਬਸਤਾਂ ਕਿੱਥੋਂ ਲੈ ਸਕਦੇ ਆ, ਉਹ ਤਾਂ ਵੇਖਣਾ ਹੀ ਸੀ ਨਾ। ਤੇ ਸਿੰਘ ਕੁਝ ਕੁ ਹੱਲਾ ਜਿਹਾ ਕਰਕੇ ਜਿੱਥੇ ਉਹ ਦਿਉਰਾ ਸੀ ਦਾਦੂ ਜੀ ਦਾ, ਦੀਨ ਦਿਆਲ ਜੀ ਦਾ, ਉੱਥੇ ਜਾ ਕੇ ਸਿੰਘ ਵੇਖਣ ਵਾਸਤੇ ਚਲੇ ਗਏ। ਕੋ ਤ੍ਰਿਣ ਈਂਧਨ ਲੈਣ ਪਧਾਰਾ। ਕੋਈ ਘੋੜਿਆਂ ਵਾਸਤੇ ਘਾਹ ਵੱਢਣ ਤੁਰ ਪਿਆ, ਦਾਣੇ ਪੱਠੇ ਦਾ ਪ੍ਰਬੰਧ ਚੱਲਿਆ ਕਰਨ ਚਲੇ ਗਏ, ਤੇ ਕਈ ਲੱਕੜਾਂ ਦਾ ਬਾਲਣ ਦਾ ਪ੍ਰਬੰਧ ਕਰਨ ਚਲੇ ਗਏ। ਤਹਾਂ ਜੈਤ ਸਾਹਿਬ ਮਹੰਤ। ਇੱਥੇ ਮਹੰਤ ਜੈਤ ਸਾਹਿਬ ਜੀ, ਜੈਤ ਰਾਮ ਜੀ, ਉਹ ਇੱਥੇ ਮਹੰਤ ਸਨ ਉਹਨਾਂ ਦਿਨਾਂ 'ਚ, ਕਿਉਂਕਿ ਦੀਨ ਦਿਆਲ ਜੀ ਤਾਂ ਪਰਲੋਕ ਗਮਨ ਕਰ ਗਏ ਸੀ। ਉਹਨਾਂ ਦਾ ਦਿਉਰਾ ਸੀ ਇੱਥੇ, ਉਹਨਾਂ ਦੀ ਜਗ੍ਹਾ ਦੇ ਉੱਤੇ ਮਹੰਤ ਜੈਤ ਰਾਮ ਜੀ ਉਹਨਾਂ ਦਿਨਾਂ ਵਿੱਚ ਇੱਥੇ ਸਨ। ਸ਼ਾਂਤ ਰੂਪ ਸ਼ੁਭ ਅਜਮਤਵੰਤ। ਮਹੰਤ ਜੈਤ ਰਾਮ ਜੀ ਵੀ ਚੰਗੇ ਸਾਧੂ ਸੀ, ਸ਼ਾਂਤ ਰੂਪ ਸਨ ਔਰ ਕਰਾਮਾਤੀ ਵੀ ਸਨ। ਸਾਧ ਸੈਂਕਰੇ ਦਾਦੂ ਮਗ ਕੇ। ਤੇ ਜਿਹੜੇ ਦਾਦੂ ਪੰਥੀ ਸਾਧੂ ਸਨ ਉਹ ਵੀ ਉਹਨਾਂ ਦੇ ਡੇਰੇ ਤੇ ਉਹਨਾਂ ਨਾਲ ਰਹਿੰਦੇ ਸੀ, ਉਹ ਵੀ ਸੈਂਕੜਿਆਂ ਦੀ ਗਿਣਤੀ 'ਚ ਰਹਿੰਦੇ ਸਨ। ਰਹਿ ਪਰਲੋਕ ਸਾਧਨੇ ਲੱਗ ਕੇ। ਔਰ ਉੱਥੇ ਉਹ ਸਾਧਨਾ ਕਰਦੇ ਆਪਣੇ ਪਰਲੋਕ ਨੂੰ ਸਵਾਰਨ ਵਾਸਤੇ। ਬੜੇ ਬੜੇ ਮਹਾਂਪੁਰਸ਼ ਦਾਦੂ ਪੰਥੀ ਜਿਹੜੇ ਦਾਦੂ ਜੀ ਦੇ ਰਾਹ ਤੇ ਚੱਲਣ ਵਾਲੇ ਉਸ ਜਗ੍ਹਾ ਤੇ ਰਹਿੰਦੇ ਤੇ ਸਾਧਨਾ ਕਰਦੇ ਸਨ। ਕਰਨ ਇਸ਼ਨਾਨ ਬ੍ਰਿਤੀ ਕੋ ਰੋਕਣ। ਇਸ਼ਨਾਨ ਪਾਨ ਕਰਨਾ, ਵਿਰਤੀ ਨੂੰ ਰੋਕਣ ਦੀ ਸਾਧਨਾ ਕਰਨੀ, ਏਦਾਂ ਦੀ ਸਾਧਨਾ ਉਹ ਸਾਧੂ ਉੱਥੇ ਕਰਦੇ ਮਹੰਤ ਜੈਤ ਰਾਮ ਜੀ ਦੀ ਅਗਵਾਈ ਵਿੱਚ। ਏਕ ਰੂਪ ਸਭ ਲੋਕ ਬਿਲੋਕਨ। ਜਦੋਂ ਸਤਿਗੁਰੂ ਜੀ ਦੇ ਨਾਲ ਸਿੰਘਾਂ ਨੂੰ ਫਿਰਦਿਆਂ ਵੇਖਿਆ ਨਾ ਉਹਨਾਂ ਸਾਧਾਂ ਨੇ, ਮਹੰਤ ਜੈਤ ਰਾਮ ਜੀ ਹੋਣਾ ਨੇ, ਤੇ ਸਿੰਘਾਂ ਦਾ ਇਹੋ ਜਿਹਾ ਸਰੂਪ ਸ਼ਸਤਰ ਧਾਰੀ ਉਹਨਾਂ ਨੇ ਪਹਿਲੀ ਵੇਰੀ ਵੇਖਿਆ ਸੀ। ਦਇਆ ਸ਼ਿਮਾ ਧੀਰਜ ਸੰਤੋਖ। ਵੇਖਿਆ ਕਿ ਸਿੰਘ ਦੇਵਤਿਆਂ ਵਾਂਗੂ ਹੀ ਲੱਗਦੇ ਨੇ, ਚਿਹਰਿਆਂ ਦੇ ਉੱਤੇ ਸਾਰਿਆਂ ਦੇ ਕ੍ਰਾਂਤੀ ਹੈ, ਤੇ ਨੇਤਰਾਂ ਵਿੱਚ ਬੜੀ ਮਸਤੀ, ਨਾਲੇ ਸ਼ਸਤਰ ਵੀ ਨੇ ਗਾਤਰੇ, ਤੇ ਗਾਤਰੇ 'ਚ ਸ਼ਸਤਰ ਵੀ ਤੇ ਚਿਹਰਿਆਂ ਤੇ ਸ਼ਾਂਤੀ ਵੀ ਹੈ, ਦੋਵੇਂ ਕੰਮ ਇਕੱਠੇ। ਬੜੇ ਹੈਰਾਨ ਹੁੰਦੇ ਆ, ਵੈਸੇ ਸ਼ਸਤਰ ਹੋਵੇ ਤੇ ਨਾਲ ਚਿਹਰੇ ਤੇ ਸ਼ਾਂਤੀ ਹੋਵੇ, ਦੋਵੇਂ ਗੱਲਾਂ ਨਹੀਂ ਨਾ ਹੁੰਦੀਆਂ। ਉਹ ਕਹਿੰਦੇ ਵੀ ਇਹ ਤਾਂ ਬੜਾ ਅਚਰਜ ਜਿਹਾ ਕੌਤਕ ਹੈ ਕਿ ਸ਼ਸਤਰਧਾਰੀ ਵੀ ਨੇ, ਚਿਹਰਿਆਂ ਤੇ ਮੁਛਹਿਰੇ, ਦਾੜੇ ਮੁਛਹਿਰੇ ਚੜੇ ਹੋਏ, ਤੇ ਅੱਖਾਂ ਵਿੱਚ ਖੁਮਾਰੀ ਵੀ ਆ ਭਜਨ ਬੰਦਗੀ ਦੀ। ਏਦਾਂ ਸਤਿਗੁਰਾਂ ਦੇ ਸਿੰਘਾਂ ਦੇ ਦਰਸ਼ਨ ਕਰਦੇ ਨੇ। ਨਿਰਹੰਕਾਰ ਅਕਾਮ ਅਰੋਖ। ਤੇ ਇਹ ਜਿਹੜੇ ਸਾਧੂ ਨੇ ਇਹ ਵੀ ਚੰਗੀਆਂ ਰੂਹਾਂ ਸਨ, ਚੰਗੇ ਸਾਧਕ ਸਨ, ਇਹ ਵੀ ਦਇਆ ਖਿਮਾ ਦੇ ਧਾਰਨੀ ਹਨ। ਦਾਦੂ ਸੁੰਦਰ ਗਿਰਾ ਬਣਾਈ। ਜਿਹੜੀ ਦਾਦੂ ਦੀਨ ਦਿਆਲ ਜੀ ਨੇ ਬਾਣੀ ਰਚੀ ਹੈ, ਉਹਨਾਂ ਨੇ ਜਿਹੜੀ ਬਾਣੀ ਉਚਾਰੀ ਹੈ, ਬੈਠੇ ਪਟਤ ਕਿਤਕ ਮਨ ਲਾਈ। ਇਹ ਜਿਹੜੇ ਅੱਗੇ ਉਹਨਾਂ ਦੇ ਚੇਲੇ ਸੀ ਨਾ ਸਾਰੇ ਦਾਦੂ ਪੰਥੀ, ਇਹ ਬਹਿ ਕੇ ਨਾ ਦਾਦੂ ਦੀਨ ਦਿਆਲ ਜੀ ਦੇ ਦੋਹੇ ਨੇ ਬੜੇ ਸੋਹਣੇ, ਉਹਨਾਂ ਨੇ ਦੁਹਾਵਲੀ ਰਚੀ ਹੋਈ ਹੈ। ਉਹ ਦੁਹਾਵਲੀ ਬਹਿ ਕੇ ਪੜ੍ਹਦੇ ਨੇ ਬੜੇ ਪਿਆਰ ਨਾਲ, ਉੱਚੀ ਉੱਚੀ ਆਵਾਜ਼ ਵਿੱਚ, ਨਾਲੇ ਪੜ੍ਹਦੇ ਨੇ ਨਾਲੇ ਉਹਨਾਂ ਨੂੰ ਵਿਚਾਰਦੇ ਨੇ। ਗੁਰਦਲ ਕੋ ਨਰ ਕੋ ਚਲ ਗਇਓ। ਇੰਨੇ ਨੂੰ ਮਹਾਰਾਜ ਜੀ ਦੇ ਕੁਝ ਸਿੰਘ ਉਹਨਾਂ ਦਾਦੂ ਦੀਨ ਦਿਆਲ ਦੇ ਡੇਰੇ ਦੇ ਉੱਤੇ, ਜਿੱਥੇ ਉਹ ਮਹੰਤ ਬੈਠੇ ਸਨ, ਸੰਤ ਬੈਠੇ ਸਨ, ਉੱਥੇ ਕੁਝ ਸਿੰਘ ਚਲਦੇ ਵਿਚਰਦੇ ਪਹੁੰਚ ਗਏ। ਤਿਸੈ ਮਹੰਤ ਬੂਝ ਤੋ ਪਇਓ। ਮਹੰਤ ਜੈਤ ਰਾਮ ਉਸ ਸਿੰਘ ਨੂੰ ਵੇਖ ਕੇ ਪੁੱਛਣ ਲੱਗਾ, ਕੋ ਉਤਰਿਓ ਕਿਤ ਤੇ ਚਲ ਆਇਓ। ਮਹੰਤ ਜੈਤ ਰਾਮ ਜੀ ਪੁੱਛਣ ਲੱਗੇ ਸਿੰਘ ਨੂੰ, ਕਹਿੰਦੇ ਬਾਈ ਜੀ ਤੁਸੀਂ ਕੌਣ ਹੋ? ਇਹ ਤੁਹਾਡੇ ਨਾਲ ਕੌਣ ਉਤਰਿਆ ਹੈ? ਕਿੱਥੋਂ ਚੱਲ ਕੇ ਆਏ ਹੋ? ਕਿਸ ਕਾਰਜ ਕੋ ਅਗਰ ਸਦਾਇਓ। ਤੇ ਅੱਗੇ ਤੁਸੀਂ ਕਿਸ ਕੰਮ ਨੂੰ ਜਾ ਰਹੇ ਹੋ? ਅੱਗੇ ਕੋਈ ਕਾਰਜ ਹੈ ਜਿਸ ਲਈ ਤੁਸੀਂ ਜਾ ਰਹੇ ਹੋ? ਸੁਨ ਸਗਰੋ ਸੋ ਪ੍ਰਸੰਗ ਉਚਾਰਾ। ਸਿੰਘ ਨੇ ਸਾਰਾ ਪ੍ਰਸੰਗ ਦੱਸਿਆ ਕਲਗੀਧਰ ਜੀ ਬਾਰੇ ਮਹੰਤ ਜੈਤ ਰਾਮ ਜੀ ਨੂੰ। ਸਤਿਗੁਰ ਗੋਬਿੰਦ ਸਿੰਘ ਉਦਾਰਾ। ਆਖਿਆ ਮਹੰਤ ਜੀ, ਦੀਨ ਦੁਨੀਆ ਦੇ ਮਾਲਕ ਵਾਲੀਏ ਕੁਲ ਆਲਮ ਨੂਰੇ ਸਰਵਰੇ ਕਾਇਨਾਤ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 10ਵੇਂ ਗੁਰੂ ਨਾਨਕ ਸਾਹਿਬ ਉਤਰੇ ਹਨ, ਉਹ ਆਏ ਹਨ। ਪੂਰੇ ਆਨੰਦ ਜਿਨ ਕੀ ਰਾਜਧਾਨੀ। ਇਹਨਾਂ ਦੀ ਰਾਜਧਾਨੀ ਹੈ ਸ੍ਰੀ ਆਨੰਦਪੁਰ ਸਾਹਿਬ। ਰਾਜਧਾਨੀ ਆਨੰਦਪੁਰ ਸਾਹਿਬ ਹੈ, ਉੱਥੇ ਇਹਨਾਂ ਦੀ ਰਾਜਧਾਨੀ ਹੈ, ਰਾਜੇ ਨੇ।
ਆਨੰਦਪੁਰ ਸਾਹਿਬ ਦੇ। ਵਧਿਓ ਤੁਰਕ ਸੋ ਬੈਰ ਮਹਾਨੀ। ਔਰ ਤੁਰਕਾਂ ਦੇ ਨਾਲ ਇਹਨਾਂ ਦੇ ਜੰਗ ਯੁੱਧ ਹੋ ਰਹੇ ਨੇ ਸਮੇਂ ਦੇ ਹਾਕਮ ਨਾਲ, ਉਹਨਾਂ ਨਾਲ ਜੰਗ ਯੁੱਧ ਨੇ, ਉਹਨਾਂ ਨਾਲ ਵੈਰ ਬਣਿਆ ਹੋਇਆ। ਕਈ ਲੱਖ ਜੋਧਾ ਜਿਨ ਘਾਇਓ। ਲੱਖਾਂ ਦੁਸ਼ਮਣ ਵੈਰੀਆਂ ਦੇ ਤੁਰਕਾਂ ਦੇ ਰਣ ਭੂਮੀ 'ਚ ਇਹਨਾਂ ਨੇ ਮਾਰ ਮੁਕਾਏ ਹਨ। ਬਹੁ ਬਾਰੀ ਸੰਗਰਾਮ ਮਚਾਇਓ। ਔਰ ਇੱਕ ਨਹੀਂ, ਦੋ ਨਹੀਂ, 14 ਲੜਾਈਆਂ ਲੜੀਆਂ ਹਨ ਇਹਨਾਂ ਆਪਣੇ ਜੀਵਨ ਵਿੱਚ। ਪ੍ਰਥਮ ਆਨੰਦਪੁਰ ਰਣ ਪਾਏ। ਆਨੰਦਪੁਰ ਸਾਹਿਬ ਦੇ ਜੰਗ ਯੁੱਧ ਕੀਤੇ ਹਨ। ਪੁਨ ਚਮਕੌਰ ਤੁਰਕ ਤੇ ਬੌਸ਼ਏ। ਮੰਤ ਜੀ ਕੀ ਦਸੀਏ, ਜਿਹੜੀ ਚਮਕੌਰ ਦੀ ਜੰਗ ਇਹ ਲੜ ਕੇ ਆਏ ਨੇ, ਬਾ ਕਮਾਲ ਜੰਗ ਸੀ। ਬਹੁਰ ਜੰਗ ਮੁਕਤ ਸਰ ਪਇਓ। ਫਿਰ ਖਿਦਰਾਣੇ ਦੀ ਢਾਬ ਦਾ ਜੰਗ ਲੜਿਆ ਸ੍ਰੀ ਮੁਕਤਸਰ ਸਾਹਿਬ ਦਾ ਇਹਨਾਂ ਨੇ। ਸੋ ਗੁਰ ਅਬ ਆਵਨ ਇਤ ਤੇ ਕਇਓ। ਮੁਕਤਸਰ ਸਾਹਿਬ ਦਾ ਜੰਗ ਲੜ ਕੇ ਤੇ ਆਪਣਾ ਕਮਰ ਕੱਸਾ ਖੋਲ ਕੇ ਹੁਣ ਉਹ ਸਤਿਗੁਰੂ ਜੀ, ਉਹਨੇ ਤਾਂ ਪੁੱਛਿਆ ਹੀ ਨਾ ਕੌਣ, ਤੇ ਸਿੰਘ ਨੇ ਸਾਰੀ ਇਤਿਹਾਸ ਹਿਸਟਰੀ ਦੱਸ ਦਿੱਤੀ ਕਲਗੀਧਰ ਜੀ ਦੀ। ਮਹਾਰਾਜ ਜੀ ਬਾਰੇ ਪੂਰਾ ਇਤਿਹਾਸ ਦੱਸਿਆ ਵੀ ਅਸੀਂ ਕਿਉਂ ਅਧੂਰੀ ਜਾਣਕਾਰੀ ਦਈਏ, ਆਪਣੇ ਸਾਹਿਬ ਦੀ ਪੂਰੀ ਜਾਣਕਾਰੀ ਦਈਏ। ਤੇ ਸਾਰਾ ਇਤਿਹਾਸ ਉਹ ਸਿੰਘ ਨੇ ਕੁਝ ਕੁ ਮਿੰਟਾਂ ਦੇ ਵਿੱਚ ਹੀ ਮਹੰਤ ਜੈਤ ਰਾਮ ਜੀ ਨੂੰ ਦੱਸਿਆ। ਆਖਿਆ ਉਹ ਨੇ ਇਹ ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਜੀ। ਸਾਹਿਬ ਜਾਦੇ ਰਣ ਮਹਿ ਦੋਏ। ਮਹਾਰਾਜ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਜੰਗ ਦੇ ਮੈਦਾਨ 'ਚ ਸ਼ਹੀਦ ਹੋਏ ਨੇ ਚਮਕੌਰ ਦੀ ਲੜਾਈ ਵਿੱਚ। ਬਾਲਕ ਦਵੈ ਤੁਰਕਣ ਗਏ ਸੋਏ। ਤੇ ਮੰਤ ਜੀ ਜਿਨ੍ਹਾਂ ਮਲੇਛਾਂ ਨਾਲ ਮਹਾਰਾਜ ਜੀ ਲੜ ਰਹੇ ਨੇ, ਉਹਨਾਂ ਮਲੇਛਾਂ ਨੇ ਇਹਨਾਂ ਦੇ ਦੋ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਦੀ ਉਮਰ ਦੇ ਉਹ ਨੀਹਾਂ 'ਚ ਚਿਣ ਕੇ ਸ਼ਹੀਦ ਕੀਤੇ ਹਨ। ਹਿਮ ਚਾਰੋ ਤਿਨ ਕੇ ਸਿਰ ਚਰੇ। ਏਦਾਂ ਚਾਰੇ ਸਾਹਿਬਜ਼ਾਦੇ ਇਹਨਾਂ ਦੇ ਸ਼ਹੀਦ ਹੋਏ ਨੇ ਤੇ ਉਹਨਾਂ ਦੇ ਸ਼ਹੀਦ ਹੋਣ ਦਾ ਜਿਹੜਾ ਪਾਪ ਹੈ ਉਹ ਇਹਨਾਂ ਤੁਰਕਾਂ ਦੇ ਮੱਥੇ ਤੇ ਚੜਿਆ, ਔਰੰਗੇ ਦੇ ਮੱਥੇ ਤੇ ਚੜਿਆ ਹੈ। ਰਾਜ ਤੇਜ ਰਿਪ ਕੋ ਨਿਤ ਹਰੇ। ਇਹ ਤੁਰਕਾਂ ਦਾ, ਮਲੇਛਾਂ ਦਾ ਰਾਜ ਤੇਜ ਨਿਤ ਹਰ ਰਹੇ ਨੇ। ਜਿਹੜਾ ਪਾਪ ਇਹਨਾਂ ਨੇ ਕੀਤਾ ਹੈ ਨਾ, ਗੁਰੂ ਕੇ ਬੱਚਿਆਂ ਨੂੰ ਸ਼ਹੀਦ ਕਰਕੇ, ਉਸੇ ਪਾਪ ਨੇ ਇਹਨਾਂ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟ ਦੇਣੀਆਂ ਹਨ। ਉਸੇ ਪਾਪ ਨੇ ਇਹਨਾਂ ਦਾ ਰਾਜ ਤੇਜ ਮੁਕਾ ਦੇਣਾ। ਸੁਣੀ ਮਹੰਤ ਜੈਤ ਸਭ ਬਾਤ। ਜਦੋਂ ਮਹੰਤ ਜੈਤ ਰਾਮ ਜੀ ਨੇ ਗੁਰੂ ਸਾਹਿਬ ਜੀ ਦੇ ਬਾਰੇ ਇਸ ਸਿੱਖ ਕੋਲੋਂ ਸੁਣਿਆ, ਅਚਰਜ ਧਰਤ ਹਿਰਦੇ ਅਬਦਾਤ। ਬੜਾ ਆਸ਼ਚਰਜ ਵੀ ਹੋਇਆ, ਹੈਰਾਨ ਵੀ ਹੋਇਆ ਸੁਣ ਕੇ। ਕਹਾਂ ਤੁਰ ਕਪਤ ਸਭ ਸ਼ਿਤ ਮਾਲਿਕ। ਸੋਚਦਾ ਤੇ ਕਹਿੰਦਾ ਕਿੱਥੇ ਪੂਰੇ ਹਿੰਦੁਸਤਾਨ ਦਾ ਮਾਲਕ ਔਰੰਗਜ਼ੇਬ ਬਾਦਸ਼ਾਹ। ਮਹਾ ਸੁਭਟ ਤੇ ਸੋ ਰਣ ਘਾਲਕ। ਇਹਦੇ ਕੋਲ 22 ਲੱਖ ਸੂਰਮਿਆਂ ਦੀ ਫੌਜ ਹੈ ਤੇ ਇਹ ਕਿੱਡੇ ਵੱਡੇ ਸੂਰਮੇ ਹੋਣਗੇ ਜਿਹੜੇ ਏਡੇ ਵੱਡੇ ਬਾਦਸ਼ਾਹ ਦੇ ਨਾਲ ਲੜ ਕੇ ਆਏ ਨੇ, ਕਿੱਡੇ ਬਹਾਦਰ ਹੋਣਗੇ। ਇਹ ਕਿਤਨੇ ਵੱਡੇ ਸੁਭਟ ਤੇ ਸੂਰਮੇ ਹੋਣਗੇ। ਇਕੱਠੇ ਕਰੇ ਸਾਧ ਤਿਸ ਕਾਲਾ। ਮਹੰਤ ਜੈਤ ਰਾਮ ਜੀ ਨੇ ਆਪਣੇ ਸਾਰੇ ਸਾਧੂਆਂ ਨੂੰ, ਜਿਹੜੇ ਨਾਲ ਇਹਨਾਂ ਦੇ ਚੇਲੇ ਅਨੁਯਾਈ ਸੀ, ਸਭ ਨੂੰ ਆਖਿਆ ਚਲੋ ਵੀ ਇਕੱਠੇ ਹੋਵੋ। ਏਡਾ ਵੱਡਾ ਸੂਰਮਾ, ਏਡਾ ਵੱਡਾ ਬਹਾਦਰ, ਏਡਾ ਵੱਡਾ ਬਲੀ ਮਹਾਪੁਰਸ਼ ਆਪਣੇ ਨਗਰ ਆਇਆ, ਚੱਲ ਕੇ ਤਿਨਾਂ ਦੇ ਦਰਸ਼ਨ ਕਰੀਏ। ਦਰਸ਼ਨ ਕਰਨ ਹੇਤ ਸੋ ਚਾਲਾ। ਉਹ ਮਹੰਤ ਜੈਤ ਰਾਮ ਜੀ ਨੇ ਆਪਣੇ ਚੇਲਿਆਂ ਨੂੰ ਨਾਲ ਲਿਆ ਔਰ ਸਤਿਗੁਰੂ ਜੀ ਦੇ ਦਰਸ਼ਨ। ਮਨ 'ਚ ਡਰ, ਇੱਥੇ ਮਹੰਤ ਜੈਤ ਰਾਮ ਜੀ ਦੀ ਵੀ ਖੇਡ ਵੇਖੋ। ਉਹਨਾਂ ਇਹ ਨਹੀਂ ਸੋਚਿਆ ਵੀ ਔਰੰਗਜ਼ੇਬ ਦੇ ਬਾਗੀ ਨੇ ਤੇ ਮੈਂ ਕਿਉਂ ਜਾਵਾਂ ਉਹਨਾਂ ਨੂੰ ਮਿਲਣ। ਭਾਵਨਾ ਵੇਖੋ ਵੀ ਜਿਹੜੇ ਔਰੰਗਜ਼ੇਬ ਨਾਲ ਮੱਥਾ ਲਾਈ ਬੈਠੇ ਨੇ, ਏਡੇ ਸੂਰਮੇ ਨੇ, ਚਲੋ ਉਹਨਾਂ ਦੇ ਚੱਲ ਕੇ ਦਰਸ਼ਨ ਕਰੀਏ। ਅੰਦਰੋਂ ਤਾਂ ਇਹ ਵੀ ਸਾਰੇ ਦੁਖੀ ਸਨ ਨਾ ਔਰੰਗੇ ਤੋਂ, ਚਾਹੁੰਦੇ ਸਨ ਕਿ ਤਾਂ ਸਾਡੇ ਧਰਮ ਦੇ ਰਾਖੇ ਨੇ। ਤੋ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਹੰਤ ਜੈਤ ਰਾਮ ਜੀ ਨੇ ਆਪਣੇ ਚੇਲਿਆਂ ਨੂੰ ਨਾਲ ਲਿਆ ਤੇ ਆਏ। ਪ੍ਰਭ ਥਿਰੇ ਦੀਵਾਨ ਲਗਾਏ। ਜਿੱਥੇ ਮਹਾਰਾਜ ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਜੀ ਬਿਰਾਜਮਾਨ ਸਨ, ਬਿਲਕੁਲ ਡੇਰੇ ਦੇ ਲਾਗੇ ਹੀ ਤਲਾਬ ਸੀ ਤੇ ਤਲਾਬ ਦੇ ਕੰਢੇ ਮਹਾਰਾਜ ਜੀ ਦਾ ਉਤਾਰਾ ਹੈ, ਉੱਥੇ ਚੱਲ ਕੇ ਆਏ। ਚਿਤਵਤ ਮਹਿਮਾ ਕੋ ਤਹ ਆਏ। ਸਤਿਗੁਰਾਂ ਦੀ ਮਹਿਮਾ ਨੂੰ ਚਿਤਵ ਕੇ, ਗੁਰਦੇਵ ਦੀ ਵਡਿਆਈ ਨੂੰ ਚਿਤਵ ਕੇ ਚੱਲ ਕੇ ਆਏ। ਨਿਕਟ ਹੋਏ ਕਰਤੇ ਕਰ ਨਮੋ। ਕੋਲ ਆ ਕੇ ਸਤਿਗੁਰੂ ਜੀ ਦੇ ਹੱਥ ਜੋੜ ਕੇ
ਬੜੇ ਪਿਆਰ ਨਾਲ ਨਮੋ ਕੀਤੀ, ਪ੍ਰਣਾਮ ਕੀਤੀ ਸ੍ਰੀ ਗੁਰ ਪੇਖ ਮਹੰਤ ਤਹਿ ਸਮੋ। ਔਰ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਮਹਾਰਾਜ ਜੀ ਦੇ ਦੀਦਾਰ ਕੀਤੇ ਤੇ ਸਤਿਗੁਰਾਂ ਨੇ ਮਹੰਤ ਜੀ ਨੂੰ ਆਉਂਦਿਆਂ ਵੇਖਿਆ। ਸਾਦਰ ਨਿਕਟ ਬਿਠਾਵਨ ਕਰਿਓ। ਮਹਾਰਾਜ ਜੀ ਨੇ ਵੀ ਮਹੰਤ ਜੀ ਦਾ ਸਤਿਕਾਰ ਕੀਤਾ। ਮਹਾਰਾਜ ਜੀ ਕਹਿੰਦੇ ਆਓ ਮਹੰਤ ਜੀ, ਜੀ ਆਇਆਂ ਨੂੰ, ਆਓ ਬੈਠੋ ਸਾਡੇ ਪਾਸ। ਆਪਣੇ ਨੇੜੇ ਮਹਾਰਾਜ ਜੀ ਨੇ ਮਹੰਤ ਜੀ ਨੂੰ ਬਿਠਾਇਆ ਸਤਿਕਾਰ ਨਾਲ। ਬੈਠ ਦਰਸ ਕਰ ਆਨੰਦ ਪਇਓ। ਸਤਿਗੁਰੂ ਜੀ ਦੇ ਦਰਸ਼ਨ ਕੀਤੇ ਮਹੰਤ ਜੀ ਨੇ, ਦਰਸ਼ਨ ਕਰਕੇ ਮਨ ਆਨੰਦ ਨਾਲ ਭਰ ਗਿਆ। ਸਾਹਿਬ ਜਾਦਨ ਕੀ ਕਰ ਗਾਥਾ। ਫਿਰ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀ ਗੱਲ ਚੱਲ ਪਈ। ਮਹੰਤ ਜੀ ਕੋਲੋਂ ਨਾ ਰਿਹਾ ਗਿਆ। ਜਦੋਂ ਸੁਣਿਆ ਸੀ ਸਿੰਘ ਕੋਲੋਂ ਵੀ 7 ਸਾਲ ਤੇ 9 ਸਾਲ ਦੇ ਬੱਚੇ ਸ਼ਹੀਦ ਕੀਤੇ ਨੇ, ਤੋ ਇਹ ਗੱਲ ਤਾਂ ਫੈਲੀ ਹੋਈ ਸੀ। ਤੋ ਮਹੰਤ ਜੀ ਨੇ ਮਹਾਰਾਜ ਜੀ ਦੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ। ਬੋਲਤ ਪਇਓ ਗੁਰੂ ਕੇ ਸਾਥਾ। ਤੇ ਜਦੋਂ ਸਾਹਿਬਜ਼ਾਦਿਆਂ ਦੀ ਵਾਰਤਾ ਚੱਲੀ ਤੇ ਫਿਰ ਮਹੰਤ ਜੀ ਬੋਲੇ। ਮਹੰਤ ਜੈਤ ਰਾਮ ਜੀ ਕਲਗੀਧਰ ਜੀ ਨੂੰ ਕਹਿਣ ਲੱਗੇ, ਇਸੀ ਹੇਤ ਸ਼੍ਰੀ ਦਾਦੂ ਕਹਿਓ। ਕਹਿਣ ਲੱਗੇ ਗੁਰੂ ਜੀ ਇਸੇ ਵਾਸਤੇ ਸਾਡੇ ਜਿਹੜੇ ਮੁਖੀ ਸਨ ਬਾਬਾ ਦਾਦੂ ਦੀਨ ਦਿਆਲ ਜੀ, ਉਹ ਇਹ ਕਹਿ ਗਏ ਹਨ ਨਿਰਦਾਵੇ ਮੈਂ ਬਹੁ ਸੁਖ ਲਇਓ। ਵੀ ਨਿਰਦਾਵਾ ਹੋ ਕੇ ਰਹੋ ਤੇ ਬੜੇ ਸੁਖੀ ਰਹੋ, ਨਾ ਦਾਵਾ ਕਰੋ ਤੇ ਨਾ ਕਿਸੇ ਨਾਲ ਵਿਵਾਦ ਹੋਵੇ ਤੇ ਸੁਖੀ ਹੋ ਕੇ ਰਹੋ। ਵੀ ਸਾਡੇ ਜਿਹੜੇ ਸੰਤ ਸਨ ਦਾਦੂ ਜੀ ਇਸੇ ਕਰਕੇ ਕਹਿ ਗਏ ਨੇ ਵੀ ਨਿਰਦਾਵੇ ਹੋ ਕੇ ਰਹੋ ਤੇ ਸੁਖੀ ਰਹੋ। ਦੋਹਰਾ ਦਾਦੂ ਦਾਵਾ ਦੂਰ ਕਰ, ਬਿਨ ਦਾਵੇ ਦਿਨ ਕੱਟ। ਦੋਹਰਾ ਤੇ ਦੋਹਰਾ ਲੰਮਾ ਕਰਨ ਦੀ ਲੋੜ ਹੀ ਨਹੀਂ ਹੈ। ਦੋਹਰਾ, ਦੋਹਰਾ ਜਿਹੜਾ ਉਚਾਰਨ ਕੀਤਾ, ਦਾਦੂ ਦਾਵਾ ਦੂਰ ਕਰ, ਇਹ ਦਾਦੂ ਦੀਨ ਦਿਆਲ ਜੀ ਦਾ ਉਚਾਰਿਆ ਦੋਹਰਾ। ਤੇ ਮਹੰਤ ਜੈਤ ਰਾਮ ਜੀ ਕਹਿ ਰਹੇ ਨੇ, ਸੁਣਾ ਰਹੇ ਨੇ, ਕਹਿੰਦੇ ਜੀ ਸਾਡੇ ਦਾਦੂ ਜੀ ਕਹਿ ਗਏ ਨੇ। ਦਾਦੂ ਜੀ ਕੀ ਕਹਿੰਦੇ ਐ? ਦਾਵਾ ਦੂਰ ਕਰ, ਵੀ ਦਾਵਾ ਨਹੀਂ ਕਰਨਾ, ਦਾਵਾ ਦੂਰ ਕਰ ਦਿਓ। ਬਿਨ ਦਾਵੇ ਦਿਨ ਕੱਟ, ਦਾਵੇ ਤੋਂ ਬਿਨਾਂ ਹੀ ਦਿਨ ਕੱਟ ਲਓ ਜਿਹੜੇ ਕੱਟੇ ਜਾਂਦੇ ਐ। ਦਾਵੇ ਤੋਂ ਬਿਨਾਂ ਉਹ ਦਿਨ ਕੱਟ ਲਓ। ਕੀਤੀ ਸੌਦਾ ਦੂਰ ਕਰ ਗਈ, ਏਤ ਪਸਾਰੀ ਦੇ ਹੱਟ। ਕਿਤਨੇ ਨੇ ਜਿਹੜੇ ਸੌਦਾ ਕਰਕੇ ਚਲੇ ਗਏ। ਇਹ ਪਸਾਰੀ ਦਾ ਹੱਟ ਹੈ ਇਹ ਸੰਸਾਰ। ਇੱਥੇ ਬੜੇ ਨੇ ਜਿਹੜੇ ਸੌਦਾ ਕਰਕੇ ਪਸਾਰੀ ਦਾ ਉਹ ਚਲੇ ਗਏ ਨੇ। ਚੋਪਾਈ ਦਾਵਾ ਕਰਨੇ ਮੈਂ ਦੁੱਖ ਕਣੇ। ਕਹਿਣ ਲੱਗੇ ਜੀ ਵੇਖੋ ਦਾਦੂ ਜੀ ਕਹਿ ਗਏ ਨੇ ਵੀ ਦਾਵਾ ਕਰਨ ਚ ਬੜੇ ਦੁੱਖ ਨੇ। ਉਠੈ ਉਪਾਦ ਨ ਜਾਹੀ ਗਣੇ। ਜਦੋਂ ਦਾਵਾ ਕਰੀਏ ਕਿਸੇ ਦੇ ਉੱਤੇ ਤੇ ਫਿਰ ਉਪਾਧੀਆਂ ਪੈਦਾ ਹੁੰਦੀਆਂ, ਲੜਾਈਆਂ ਪੈਦਾ ਹੁੰਦੀਆਂ, ਉਹ ਗਿਣੀਆਂ ਨਹੀਂ ਜਾਂਦੀਆਂ। ਨਿਰਦਾਵੇ ਮੈਂ ਸਭ ਸੁਖ ਹੈ। ਜਦੋਂ ਨਿਰਦਾਵੇ ਹੋ ਕੇ ਰਹੋ ਵੀ ਦਾਵਾ ਕਰਨਾ ਹੀ ਨਹੀਂ ਤੇ ਫਿਰ ਸੁਖੀ ਹੋ ਕੇ ਰਹੋ, ਕੋਈ ਕਿਸੇ ਤਰ੍ਹਾਂ ਦੀ ਉਪਾਧੀ ਨਹੀਂ ਹੁੰਦੀ। ਛਿਮਾ ਕਰਨ ਤੇ ਨਰ ਸੋਲ ਹੈ। ਤੇ ਛਿਮਾ ਕਰਨ ਦੇ ਵਿੱਚ ਬੜਾ ਸੁਖ ਹੈ। ਸੁਣ ਸਤ ਗੁਰ ਤਬ ਤਿਸ ਸੁਨਾਇਓ। ਸੁਣ ਕੇ ਕਲਗੀਧਰ ਪਾਤਸ਼ਾਹ ਜੀ, ਇਹ ਸੀ ਸੰਤ ਦਾ ਮਤ ਜੋ ਦਾਦੂ ਜੀ ਨੇ ਦੱਸਿਆ। ਹੁਣ ਮਹਾਰਾਜ ਜੀ ਸਿਪਾਹੀ ਦਾ ਮਤ ਦੱਸਦੇ ਆ ਕਲਗੀਧਰ ਜੀ। ਸੰਤਨ ਕੇ ਮਤ ਇਮ ਬਨ ਆਇਓ। ਮਹਾਰਾਜ ਜੀ ਨੇ ਇਹ ਨਹੀਂ ਕਿਹਾ ਵੀ ਦਾਦੂ ਜੀ ਨੇ ਗਲਤ ਕਿਹਾ, ਇਹ ਨਹੀਂ ਕਿਹਾ। ਮਹਾਰਾਜ ਜੀ ਕਹਿੰਦੇ ਹਾਂ ਦਾਦੂ ਜੀ ਸੰਤ ਸਨ, ਉਹ ਸੰਤ ਸਨ। ਸੰਤਾਂ ਦਾ ਇਹੀ ਮਤ ਹੁੰਦਾ ਵੀ ਦਾਵਾ ਨਹੀਂ ਕਰਨਾ, ਸਭ ਦੇ ਦਾਸ ਹੋ ਕੇ ਨਿਸ਼ੰਕ ਹੋ ਕੇ ਰਹੋ ਤੇ ਦਿਨ ਕੱਟ ਕੇ ਬੁਲਾ ਕੇ ਚਲੇ ਜਾਓ। ਇਹ ਸੰਤਾਂ ਦਾ ਮਤ ਹੈ। ਮਹਾਰਾਜ ਜੀ ਕਹਿੰਦੇ ਸੰਤ ਇਹੋ ਜਿਹੇ ਹੀ ਹੁੰਦੇ ਨੇ। ਤੇ ਦਾਦੂ ਜੀ ਨੇ ਜਿਹੜੀ ਆਪਣੀ ਸੰਤ ਬਿਰਤੀ ਨਾਲ ਗੱਲ ਕਹੀ ਆ, ਏਦਾਂ ਹੀ ਹੈ। ਜਿਨੋ ਧਰਮ ਕੀ ਰੱਖਿਆ ਕਰਨੀ। ਜਿਨ੍ਹਾਂ ਨੇ ਧਰਮ ਦੀ ਰੱਖਿਆ ਕਰਨੀ ਹੁੰਦੀ ਹੈ। ਸੁਣ ਤਿਨ ਕੀ ਗਤ ਜਿਮ ਹੈ ਬਰਨੀ। ਉਹਨਾਂ ਬਾਰੇ ਉਹਨਾਂ ਦੀ ਗਤ ਕੀ ਹੈ ਉਹ ਵੀ ਸੁਣੋ। ਇਹ ਤਾਂ ਸੀ ਸੰਤ ਦਾ ਮਤ, ਪਰ ਜਿਨ੍ਹਾਂ ਨੇ ਧਰਮ ਦੀ ਰਾਖੀ ਕਰਨੀ ਹੋਵੇ ਉਹਨਾਂ ਦਾ ਮਤ ਕੀ ਹੈ? ਮਹਾਰਾਜ ਜੀ ਕਹਿੰਦੇ ਮਹੰਤ ਜੀ ਫਿਰ ਉਹ ਵੀ ਸੁਣ ਲਓ, ਅਸੀਂ ਸੁਣਾਉਨੇ ਆ। ਦੋਹਰਾ ਦਾਦੂ ਦਾਵਾ ਬੰਦ ਕੇ, ਸਭ ਕੋ ਲੀਗੇ ਲੁੱਟ। ਮਹਾਰਾਜ ਜੀ ਕਹਿੰਦੇ ਜਿਹੜਾ ਧਰਮ ਦੀ ਰਾਖੀ ਕਰਨ ਵਾਲਾ ਨਾ ਸੂਰਮਾ ਸਿਪਾਹੀ, ਉਹਦੀ ਇਹ ਬਿਰਤੀ ਆ, ਉਹਦਾ ਇਹ ਮਤ ਹੈ ਕਿ ਦਾਵਾ ਕਰਨਾ ਕਿ ਤੂੰ ਆ ਗਲਤ ਕਰਦਾ, ਤੈਨੂੰ ਇਹ ਕਰਨ ਨਹੀਂ ਦੇਣਾ, ਤੂੰ ਇਹ ਗਲਤ ਕਰਦਾ। ਉਹ ਰੰਗਾ ਕਰੇ ਤਾਂ, ਚਾਹੇ ਹੋਰ ਹੁਕਮਰਾਨ ਕਰੇ ਤਾਂ ਦਾਵਾ ਕਰਨਾ ਵੀ ਤੂੰ ਇਹ ਗਲਤ ਕਰਦਾ। ਅਸੀਂ ਦਾਵਾ ਕਰਦੇ ਆ ਵੀ ਤੂੰ ਕਰੇਗਾ, ਅਸੀਂ ਰੋਕਾਂਗੇ। ਪਹਿਲਾਂ ਪਿਆਰ ਨਾਲ ਰੋਕਾਂਗੇ,
ਹੱਥ ਜੋੜਾਂਗੇ, ਕਰਾਂਗੇ ਮਿੰਨਤ ਤਰਲਾ, ਉਹ ਨਾ ਕਾਰਾ ਮਾੜਾ ਕੰਮ ਨਾ ਹਟਿਆ ਤੇ ਫਿਰ ਮਿਆਨ ਚੋਂ ਸਦਾ ਦੀ ਸਾਥਣ 3.5 ਫੁੱਟੀ ਤਲਵਾਰ ਧੂ ਕੇ ਵੀ ਰੋਕਣ ਦਾ ਯਤਨ ਕਰਾਂਗੇ। ਫਿਰ ਤਾਂ ਦੋਵੇਂ ਕੰਮ ਨੇ। ਮਹਾਰਾਜ ਜੀ ਕਹਿੰਦੇ ਦਾਵਾ ਕਰਕੇ ਅਸੀਂ ਤਾਂ ਲੁੱਟਣ ਦੀ ਗੱਲ ਕਰਦੇ ਆਂ ਵੀ ਜੇ ਤੇਰੇ ਕੋਲ ਨਹੀਂ ਹੁੰਦਾ ਰਾਜ ਰੰਗਿਆ, ਤੇਰੇ ਸੇ ਰਾਜ ਨਹੀਂ ਹੋਤਾ, ਅਸੀਂ ਇਹ ਰਾਜ ਆਪ ਲੈ ਲੈਣਾ, ਖੋ ਲੈਣਾ, ਇਹ ਦਾਵਾ ਅਸੀਂ ਕਰਦੇ ਹਾਂ। ਇਕੋ ਰਹਿਸੀ ਖਾਲਸਾ ਹੋਰ ਸਭ ਮਰਸੀ ਹੁੱਟ। ਮਹਾਰਾਜ ਜੀ ਕਹਿੰਦੇ ਇੱਕੋ ਰਹਿਸੀ ਖਾਲਸਾ, ਮੰਤ ਜੈਤ ਰਾਮ ਜੀ ਇੱਕ ਖਾਲਸਾ ਹੀ ਰਹੇਗਾ, ਹੋਰ ਇਹ ਸਾਰੇ ਮਲੇਛ ਮਰ ਕੇ ਹੁੱਟ ਜਾਣਗੇ, ਮੁੱਕ ਜਾਣਗੇ, ਖਤਮ ਹੋ ਜਾਣਗੇ। ਉੜ ਗਈ ਸਭਾ ਮਲੇਛ ਕੀ ਕਰ ਕੂੜਾ ਪਾਸਾਰ, ਡੰਕਾ ਬਾਜਿਆ ਫਤਿਹ ਕਾ ਨਿਹ ਕਲੰਕ ਅਵਤਾਰ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲहेंगे, बचे शरण जो होए। ਚੌਪਈ ਧਰਮ ਵਿਦਾਰਿਓ ਹਿੰਦੂ ਤੁਰਕਾ। ਮਹਾਰਾਜ ਜੀ ਕਹਿੰਦੇ ਨੇ ਹਿੰਦੂਆਂ ਦਾ ਧਰਮ ਵੀ ਵਿਗਾੜਿਆ ਤੇ ਤੁਰਕਾਂ ਦਾ ਵੀ ਵਿਗਾੜਿਆ। ਕਿੰਨੇ ਸ਼ਰਮਦ ਵਰਗੇ ਫਕੀਰ ਵੀ ਇਹਨੇ ਮਾਰੇ। ਨਿਸ਼ਚਾ ਕਰਿਓ ਦੂਰ ਸਭ ਉਰਕਾ। ਇਹਦੇ ਹਿਰਦੇ ਦਾ ਜਿੰਨਾ ਨਿਸ਼ਚਾ ਸੀ ਇਹਨੇ ਦੂਰ ਕਰ ਦਿੱਤਾ। ਗਹਿ ਕੈ ਸ਼ਸਤਰ ਦੀਜੀ ਹੈ ਦੰਡ। ਇਹੋ ਜਿਹਾ ਮਲੇਛਾਂ ਨੂੰ ਸ਼ਸਤਰ ਪਕੜ ਕੇ ਦੰਡ ਦੇਣਾ ਹੀ ਉਚਿਤ ਹੈ। ਰਹਿ ਧਰਮ ਤਬ ਦੁਸ਼ਟਨ ਖੰਡ। ਇਹ ਧਰਮ ਤਾਂ ਰਹੇਗਾ ਦਾਦੂ ਜੀ, ਮੰਤ ਜੈਤ ਰਾਮ ਜੀ, ਜੇ ਇਹਨਾਂ ਦੁਸ਼ਟਾਂ ਨੂੰ ਖੰਡਿਆ ਜਾਏਗਾ, ਰੋਕਿਆ ਜਾਏਗਾ। ਜੈਤ ਕਹੈ ਹਮਰੋ ਗੁਰ ਭਾਖਾ। ਮੰਤ ਜੈਤ ਰਾਮ ਜੀ ਫਿਰ ਬੋਲੇ ਅੱਗੋਂ, ਕਹਿੰਦੇ ਜੀ ਸਾਡੇ ਗੁਰੂ ਜੀ ਤਾਂ ਕਹਿ ਗਏ ਦੀਨ ਦਿਆਲ ਜੀ, ਸਿਮਾ ਬਿਖੈ ਸਗਰੋ ਗੁਣ ਰਾਖਾ। ਕਿ ਜੇ ਕੋਈ ਵਧੀਕੀ ਕਰੇ ਉਹਨੂੰ ਮਾਫ ਕਰ ਦਿਓ, ਛਿਮਾ ਕਰ ਦਿਓ। ਛਿਮਾ ਵਿੱਚ ਬੜੇ ਗੁਣ ਨੇ। ਜਮ ਕਰਨੀ ਸੋ ਰਹੋ ਬਤਾਇਓ। ਤੇ ਜਿਹੜੀ ਕਰਨੀ ਆ ਉਹ ਰਾਹ ਦੱਸਿਆ। ਪੁਨ ਦੋਹਾ ਕਹਿ ਹੋਰ ਸੁਣਾਇਓ। ਉਹਨਾਂ ਨੇ ਇੱਕ ਹੋਰ ਦੋਹਾ ਦਾਦੂ ਜੀ ਦਾ ਉਚਾਰਨ ਕੀਤਾ, ਮੰਤ ਜੈਤ ਰਾਮ ਜੀ ਨੇ ਸੁਣਾਇਆ। ਦੋਹਰਾ ਦਾਦੂ ਸਮਾ ਵਿਚਾਰ ਕੈ ਕਲ ਕਾਲੀ ਜੈ ਭਾਏ। ਉਹ ਕਹਿੰਦੇ ਦਾਦੂ ਜੀ ਕਹਿ ਗਏ ਨੇ ਵੀ ਸਮਾਂ ਵਿਚਾਰੋ ਤੇ ਕਲਯੁਗ ਦੇ ਇਸ ਭਾਅ ਨੂੰ ਵੇਖੋ। ਜੇ ਕੋ ਮਾਰੇ ਟੀਮ ਇਟ ਲੀਜੈ ਸੀਸ ਚੜਾਏ। ਤੇ ਜੇ ਕੋਈ ਇੱਟ ਢੇਮ ਮਾਰੇ ਤੇ ਸਿਰ ਤੇ ਸਹਾਰ ਲੋ, ਕੋਈ ਨਹੀਂ, ਲੈ ਵੀ ਮਾਰ ਲੈ। ਕਹਿੰਦੇ ਸਾਡੇ ਦਾਦੂ ਜੀ ਇਦਾਂ ਕਹਿ ਗਏ ਵੀ ਜੇ ਕੋਈ ਇੱਟ ਢੇਮ ਮਾਰੇ ਤੇ ਅੱਗੇ ਸਿਰ ਕਰ ਲੋ ਵੀ ਲੈ ਵੀ ਮਾਰ ਲੈ, ਖਿਮਾ ਕਰ ਦਿਓ ਉਹਨੂੰ। ਕਹਿੰਦੇ ਕੱਲ ਦਾ ਇਹ ਭਾਅ ਹੈ। ਕਿਸੇ ਨੇ ਏਦਾਂ ਵੀ ਕਿਹਾ ਸੀ ਕਿਸੇ ਸਮੇਂ ਵੀ ਜੇ ਕੋਈ ਇੱਕ ਚਪੇੜ ਮਾਰੇ ਤੇ ਦੂਜੀ ਗੱਲ ਉਹਦੇ ਅੱਗੇ ਕਰ ਦਿਓ ਵੀ ਲੈ ਵੀ ਦੂਜੀ ਤੇ ਤੂੰ ਹੋਰ ਮਾਰ ਲੈ। ਤੇ ਅਗਲੇ ਨੇ ਦੂਜੀ ਵੀ ਵਗਾ ਕੇ ਮਾਰੀ ਤੇ ਫਿਰ ਉਹ ਅੱਗੋਂ ਸੂਰਮਾ ਸੀ, ਉਹਨੇ ਕਿਹਾ ਵੀ ਦੂਜੀ ਤੈਂ ਮਾਰੀ ਆ, ਹੁਣ ਦੂਜੀ ਤੋਂ ਬਾਅਦ ਤੀਜੀ ਦੀ ਤਾਂ ਗੱਲ ਹੀ ਨਹੀਂ ਹੋਈ, ਹੁਣ ਮੇਰੀ ਵਾਰੀ ਹੈ। ਕਹਿਣ ਲੱਗੇ ਜੀ ਜੇ ਕੋਈ ਈਟ ਢੇਮ ਮਾਰੇ ਤੇ ਸਿਰ ਤੇ ਸਹਾਰ ਲਵੇ, ਸਾਡੇ ਦਾਦੂ ਜੀ ਕਹਿ ਗਏ ਹਨ। ਚੌਪਈ ਸੁਣ ਕਰ ਕਹਿਓ ਤੁਮੋ ਏਮ ਕਰਨੀ। ਮਹਾਰਾਜ ਜੀ ਸੁਣ ਕੇ ਕਹਿਣ ਲੱਗੇ ਹਾਂ ਸੰਤਾਂ ਨੂੰ ਇਦਾਂ ਹੀ ਚਾਹੀਦਾ ਹੈ। ਕਲਗੀਧਰ ਜੀ ਕਹਿੰਦੇ ਹਾਂ ਤੁਹਾਡੇ ਜੈਸੇ ਜਿਹੜੇ ਮਹਾਪੁਰਸ਼ ਨੇ, ਸੰਤ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਇਦਾਂ ਹੀ ਚਾਹੀਦਾ ਹੈ। ਪੰਥ ਨਿਰਵਿਰਤ ਤਿਨੋ ਕਹੁ ਬਰਨੀ। ਕਿਉਂਕਿ ਤੁਹਾਡਾ ਨਿਰਵਿਰਤੀ ਦਾ ਪੰਥ ਹੈ। ਜਿਹੜਾ ਨਿਰਵਿਰਤੀ ਦਾ ਪੰਥ ਆ ਉਹਨੇ ਕੀ ਲੈਣਾ ਕਿਸੇ ਤੋਂ। ਅਸੀਂ ਆਪਣੇ ਗੁਰਸਿੱਖ ਨੂੰ ਪ੍ਰਵਿਰਤੀ ਤੇ ਨਿਰਵਿਰਤੀ ਦੋਵੇਂ ਸਿਖਾਇਆ। ਗੁਰਮੁਖ ਪਰ ਵਿਰਤ ਨਿਰਵਿਰਤ ਪਛਾਣੈ। ਗੁਰਮੁਖ ਪ੍ਰਵਿਰਤੀ ਨੂੰ ਵੀ ਪਛਾਣਦਾ ਤੇ ਗੁਰਮੁਖ ਨਿਰਵਿਰਤੀ ਨੂੰ ਵੀ ਜਾਣਦਾ। ਤੁਹਾਡਾ ਕੇਵਲ ਨਿਰਵਿਰਤੀ ਦਾ ਪੰਥ ਹੈ ਤੇ ਨਿਰਵਿਰਤੀ ਵਿੱਚ ਇਹੀ ਹੈ ਜੋ ਤੁਸੀਂ ਕਹਿ ਰਹੇ ਹੋ। ਜਿਨੋ ਕੁਕਰਮ ਹਟਾਵਨ ਕਰਨੋ। ਜਿਹੜਾ ਕੋਈ ਕੁਕਰਮ ਕਰੇ ਉਹਨੂੰ ਰੋਕਣਾ ਹੈ। ਤਿਨ ਕੋ ਅਪਰ ਵਿਧੀ ਸੋ ਭਰਨੋ। ਕਹਿੰਦੇ ਤੁਸੀਂ ਕਹਿੰਦੇ ਹੋ ਵੀ ਜੇ ਕੋਈ ਕੁਕਰਮ ਕਰੇ, ਮਾਰੇ ਏਟ ਢੇਮ ਤੇ ਸਿਰ ਤੇ ਚੜਾ ਲਵੇ, ਉਹਨੂੰ ਖਿਮਾ ਕਰ ਦੇਵੇ, ਇਹ ਹੈ ਨਿਰਵਿਰਤੀ ਦਾ ਰਾਹ। ਵੀ ਕੀ ਲੈਣਾ ਕਿਸੇ ਤੋਂ, ਸਾਈਡ ਤੇ ਹੋ ਕੇ ਬਹਿ ਜਾਓ। ਪਰ ਜੇ ਕਿਸੇ ਕੁਕਰਮ ਕਰਨ ਵਾਲੇ ਨੂੰ ਹਟਾਉਣਾ, ਰੋਕਣਾ, ਉਹਨਾਂ ਦਾ ਰਸਤਾ ਹੋਰ ਹੈ। ਦੀਨ ਪੰਥ ਜੀ ਆਪਣੇ ਜੈਤ ਰਾਮ ਜੀ, ਉਹਨਾਂ ਦਾ ਰਾਹ ਹੋਰ ਹੈ। ਤੇ ਉਹ ਵੀ ਸੁਣ ਲਓ ਕਿ ਕੁਕਰਮ ਕਰਨ ਵਾਲੇ ਨੂੰ ਹਟਾਉਣ ਵਾਲਿਆਂ ਦਾ ਰਾਹ ਕੀ ਹੈ। ਸੁਣੋ ਬਈ। ਦੋਹਰਾ ਦਾਦੂ ਸਮਾ ਵਿਚਾਰ ਕੈ
ਕਲ ਕਾਲੀ ਜੈ ਪਾਏ। ਮਹਾਰਾਜ ਜੀ ਦਾਦੂ ਨੂੰ ਹੀ ਸੰਬੋਧਨ ਕਰਕੇ ਕਹਿੰਦੇ, ਦਾਦੂ ਜੀ ਸਮਾਂ ਵਿਚਾਰੋ, ਕੱਲ ਦਾ ਇਹ ਭਾਅ ਵੇਖੋ। ਜੇ ਕੋ ਮਾਰੇ ਈਟ ਟੇਮ ਪਾਥਰ ਹਣ ਰਸਾਏ। ਜੇ ਕੋਈ ਇੱਟ ਮਾਰੇ, ਢੀਮ ਮਿੱਟੀ ਦਾ ਡਲਾ, ਕਹਿੰਦੇ ਕੋਈ ਇੱਟ ਤੇ ਢੀਮ ਮਾਰੇ ਤੇ ਕਹਿੰਦੇ ਅੱਗੋਂ ਜਵਾਬ ਪੱਥਰ ਦਾ ਹੋਣਾ ਚਾਹੀਦਾ। ਮਹਾਰਾਜ ਜੀ ਕਹਿੰਦੇ ਅੱਗੋਂ ਜਵਾਬ ਪੱਥਰ ਦਾ ਹੋਣਾ ਚਾਹੀਦਾ, ਵੀ ਅਗਲੇ ਦੇ ਬਥਾੜੇ ਭਾਜਣ, ਮੁੜ ਕੇ ਇੱਟ ਚੁੱਕਣ ਜੋਗਾ ਨਾ ਰਹੇ। ਕਿਉਂਕਿ ਇਹ 9ਵੇਂ ਜਾਮੇ ਤੱਕ ਗੁਰਦੇਵ ਨੇ ਨਿਰਵਿਰਤੀ ਦਾ ਰਾਹ ਰੱਖਿਆ। ਜਦੋਂ ਜਬਰੀ ਆ ਕੇ ਘਰ ਦੇ ਵਿੱਚ ਪ੍ਰਵੇਸ਼ ਕਰਕੇ ਤੱਤੀਆਂ ਤਵੀਆਂ ਤੇ ਬਿਠਾਉਣ ਲੱਗੇ, ਸੀਸ ਧੜ ਤੋਂ ਜੁਦਾ ਕਰਨ ਲੱਗੇ, ਫੌਜਾਂ ਚੜਾ ਕੇ ਘਰ ਤੇ ਭੇਜਣ ਲੱਗੇ, ਤੇ ਫਿਰ ਉਹਨਾਂ ਵਾਸਤੇ ਅੱਗੋਂ ਜਵਾਬ ਪੱਥਰ ਦਾ ਹੀ ਹੋਣਾ ਸੀ, ਪੱਥਰ ਦਾ ਹੀ ਹੋਣਾ ਸੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਆਪਣੇ ਪੰਥ ਨੂੰ ਆਹ ਰਾਹ ਵੀ ਸਿਖਾਇਆ ਕਿ ਜੇ ਕੋਈ ਜਰਵਾਣਾ ਜ਼ੁਲਮ ਕਰੇ ਤਾਂ ਉਹਦਾ ਜਵਾਬ ਉਹਨੂੰ ਉਸੇ ਦੀ ਭਾਸ਼ਾ ਵਿੱਚ ਦੇਣਾ ਜਿਹੜੀ ਭਾਸ਼ਾ ਵਿੱਚ ਉਹ ਸਮਝਦਾ। ਹਾਂਜੀ। ਚੋਪਈ ਸੁਨ ਕਰ ਸਿੰਘ ਸਭਾ ਗਣ ਸਾਧੂ। ਮਹਾਰਾਜ ਜੀ ਦੇ ਬਚਨ ਸਾਰੇ ਸਾਧੂਆਂ ਨੇ ਵੀ ਸੁਣੇ, ਸਾਰਿਆਂ ਦੇ ਸਿਰ ਝੁਕ ਕੇ ਕਹਿੰਦੇ ਹਾਂ ਮਹਾਰਾਜ ਇਹ ਵੀ ਸਹੀ, ਕਿਉਂਕਿ ਸੂਰਮੇ ਨੂੰ ਤਾਂ ਇਹੀ ਹੈ, ਸੰਤ ਨੂੰ ਉਹੀ ਹੈ ਜੋ ਦਾਦੂ ਜੀ ਕਹਿ ਗਏ ਨੇ, ਪਰ ਸੂਰਮੇ ਵਾਸਤੇ ਇਹੀ ਭਾਸ਼ਾ ਹੈ। ਨਹਿ ਸਹੀਐ ਦੁਸ਼ਟਨ ਅਪਰਾਧੂ। ਦੁਸ਼ਟਾਂ ਵੱਲੋਂ ਕੀਤੇ ਅਪਰਾਧ ਨਹੀਂ ਸਹੇ ਜਾ ਸਕਦੇ। ਫਸੇ ਸਕਲ ਹੀ ਮੌਤ ਬੜਾਏ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਜੇ ਕੋ ਮਾਰੇ ਈਂਟ ਢੇਮ ਪਾਥਰ ਨਹਿ ਰਸਾਏ, ਤੇ ਉਹ ਜਿੰਨੇ ਸਾਧ ਸੀ ਸਾਰੇ ਖਿੜਖੜਾ ਕੇ ਹੱਸ ਪਏ, ਕਹਿੰਦੇ ਵਾਹ ਜੀ ਮਹਾਰਾਜ ਵਾਹ, ਕਿਆ ਸੋਹਣਾ ਦੋਹਾ ਬਣਾਇਆ ਤੇ ਕੈਸਾ ਸੋਹਣਾ ਛੰਦ ਬਣਾਇਆ। ਆਪ ਜੀ ਨੇ ਕਮਾਲ ਕਰ ਦਿੱਤੀ ਹੈ। ਏਦਾਂ ਨਾਲੇ ਹੱਸ ਪਏ ਤੇ ਨਾਲੇ ਆ ਗੱਲਾਂ ਬਾਤਾਂ ਹੋਈਆਂ। ਵਾਹ ਵਾਹ ਬਚ ਕਹੇ ਸੁਣਾਏ। ਸਭ ਕਹਿੰਦੇ ਵਾਹ ਵਾਹ ਕਲਗੀਆਂ ਵਾਲੇ ਪਾਤਸ਼ਾਹ ਵਾਹ। ਦੋਨੋਂ ਪੱਖਣ ਕੀ ਦੁਐ ਬਾਤ। ਉਹਨੇ ਦੋਹਾਂ ਪੱਖਾਂ ਦੀਆਂ ਦੋਵੇਂ, ਉਧਰੋਂ ਸੰਤ ਬਿਰਤੀ ਦੀ ਵੀ ਗੱਲ ਹੋ ਰਹੀ ਆ, ਸਿਪਾਹੀ ਬਿਰਤੀ ਦੀ ਵੀ ਗੱਲ, ਤੇ ਗੁਰਦੇਵ ਨੇ ਦੋਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ। ਜਦੋਂ ਸੰਤ ਬਿਰਤੀ ਦੀ ਲੋੜ ਆ ਤਾਂ ਸੰਤ ਬਿਰਤੀ ਵੀ ਰੱਖੀ ਖਾਲਸੇ ਨੇ। ਜੇ ਸ਼ਾਂਤਮਈ ਢੰਗ ਨਾਲ ਸ਼ਹੀਦੀਆਂ ਦੇਣ ਦੀ ਲੋੜ ਪਈ ਤੇ ਬੰਦ ਵੀ ਕਟਾਏ ਨੇ, ਖੋਪਰ ਵੀ ਲੁਹਾਏ ਨੇ, ਚਰਖੜੀਆਂ ਤੇ ਵੀ ਚੜੇ ਨੇ, ਤੇ ਜੇ ਲੋੜ ਪਈ ਆ ਜੰਗ ਦੇ ਮੈਦਾਨ 'ਚ ਵੈਰੀਆਂ ਦੇ ਆਹੂ ਲਾ ਕੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਇਹ ਦੋਵੇਂ ਬਿਰਤੀਆਂ ਮਹਾਰਾਜ ਜੀ ਨੇ ਇਕੱਠੀਆਂ ਕੀਤੀਆਂ, ਸੰਤ ਤੇ ਸਿਪਾਹੀ ਦੀ ਬਿਰਤੀ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਕੇ, ਕਿਉਂਕਿ ਕੱਲੀ ਸੰਤਗਿਰੀ ਮਜਲੂਮ ਹੋ ਜਾਂਦੀ ਤੇ ਕੱਲੀ ਸਿਪਾਹੀ ਪੁਣੇ ਦੀ ਬਿਰਤੀ ਜ਼ਾਲਮ ਬਣ ਜਾਂਦੀ ਹੈ। ਸਤਿਗੁਰਾਂ ਨੇ ਦੋਨਾਂ ਨੂੰ ਇਕੱਠਿਆਂ ਕੀਤਾ। ਆਉਣ ਵਾਲੇ ਦਿਨਾਂ 'ਚ ਉਹ ਦਿਨ ਆ ਰਿਹਾ ਜਿਸ ਦਿਨ ਇਕੱਠਿਆਂ ਕੀਤਾ, ਵਿਸਾਖੀ ਦਾ ਦਿਹਾੜਾ, ਖਾਲਸੇ ਦਾ ਸਿਰਜਣਾ ਦਿਵਸ ਦਾ ਦਿਹਾੜਾ। ਗੁਰੂ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਕਥਾ ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म, हे पूरन हे सर्वमय, हे संगी हे निरंकार, हे गोविंद हे गुण निधान, हे अपरंपर हर हरे पी होवनहार। हे संत कै सदा संग दारायदार। हे ठाकुर हो दासरो निर्गुण गुण नहीं कोय। नानक दीजा नाम दान राखो ही परोए। आए प्रभ शरणागति कृपा निध दयाल। एक अखर हर मन बस्त
ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੈ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੈ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਕੱਲ ਸ਼ਾਮ ਤੋਂ ਕਥਾ ਦੇ ਸਮੇਂ ਵਿੱਚ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕੱਲ ਸ਼ਾਮ ਤੋਂ ਇਤਿਹਾਸ ਦੀ ਕਥਾ 5 ਤੋਂ 6 ਵਜੇ ਤੱਕ ਹੋਵੇਗੀ। ਆਪ ਜੀ ਨੇ ਸਮੇਂ ਸਿਰ ਹਾਜ਼ਰੀ ਭਰ ਕੇ ਮਹਾਰਾਜ ਜੀ ਦਾ ਜਸ ਸਰਵਣ ਕਰਨਾ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਦੂਸਰੀ ਬੇਨਤੀ ਹੈ ਕਿ ਹੁਣ ਅੱਜ ਜੋੜੇ ਘਰ, ਜਿਹੜਾ ਬੇਸਮੈਂਟ ਜੋੜਾ ਘਰ ਹੈ, ਉਸ ਪਾਸੇ ਇੱਕ ਗੱਡੀ ਖੜੀ ਹੈ ਜੋ ਸ੍ਰੀ ਦਰਬਾਰ ਸਾਹਿਬ ਨੂੰ ਯਾਤਰਾ ਲਈ ਜਾਣੀ ਹੈ। ਕਿਸੇ ਪ੍ਰੇਮੀ ਵੱਲੋਂ, ਸ਼ਰਧਾਲੂ ਵੱਲੋਂ ਬੇਨਤੀ ਹੈ ਕਿ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰਨਾ ਚਾਹੁੰਦੇ ਨੇ ਉੱਥੇ ਹਾਜ਼ਰੀ ਭਰ ਸਕਦੇ ਨੇ। ਕੱਲ ਸ਼ਾਮ ਦੀ ਜਿਹੜੀ ਇਤਿਹਾਸ ਦੀ ਕਥਾ ਹੈ ਉਹ 5 ਤੋਂ 6 ਵਜੇ ਤੱਕ ਹੋਵੇਗੀ। ਆਪ ਜੀ ਨੇ ਸਮੇਂ ਸਿਰ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।